ਜਦੋਂ ਅੰਗਰੇਜ਼ਾਂ ਨੂੰ ਫਰੰਗੀ ਨੂੰ ਅਸੀਂ ਉਸ ਸਬ ਕੰਟੀਨੈਂਟ ਨੂੰ ਕੱਢਣਾ ਸੀ ਕਿ ਸਿੱਖਾਂ ਨੇ ਦੇਸ਼ ਪੰਜਾਬ ਦੇ ਲਈ ਸੋਵਰਨਟੀ ਦੇ ਟਰਮਸ ਤੇ ਸੋਚਣਾ ਬੰਦ ਕਰ ਦਿੱਤਾ ਤੇ ਉਹਨਾਂ ਨੇ ਆਪਣੇ ਆਪ ਨੂੰ ਇੰਡੀਅਨਨੈਸ ਦੇ ਵਿੱਚ ਪਾ ਕੇ ਇੰਡੀਆ ਨੂੰ ਅਪਣਾ ਕੇ ਇੰਡੀਆ ਦੇ ਇਹ ਸੋਚ ਲਿਆ ਕਿ ਅਸੀਂ ਇੰਡੀਆ ਲਈ ਲੜ ਰਹੇ ਹਾਂ, ਇਹੀ ਸਾਡਾ ਦੇਸ਼ ਹੈ। ਇਹ ਸਾਨੂੰ ਇਦਾਂ ਲੱਗਦਾ ਹੈ ਕਿ ਇਹ ਸੋਵਰਨਟੀ ਦੀ ਲੜਾਈ ਜਿਹੜੀ ਆ ਪਿਛਲੇ 10 20 40 ਸਾਲਾਂ ਦੀ ਅਸੀਂ ਸਿਰਜੀ ਹੈ, ਸਾਡੇ ਲਈ ਇੱਕ ਬਹੁਤ ਵੱਡੀ ਇਤਿਹਾਸਕ ਭੁੱਲ ਹੋਊਗੀ। ਕੌਮ ਸੋਵਰਨ ਸੀ, ਅਸੀਂ ਇੱਕ ਰੀਕਲੇਮਿੰਗ ਆਫ ਸੋਵਰਨਟੀ ਕਰ ਰਹੇ ਹਾਂ, ਇਹ ਕੋਈ ਨਵੀਂ ਚੀਜ਼ ਨਹੀਂ। ਜਦੋਂ ਤੁਸੀਂ ਡਿਸਕ੍ਰਿਮੀਨੇਸ਼ਨ ਦੀ ਲੜਾਈ ਲੜਨੀ ਆ, ਵੱਧ ਅਧਿਕਾਰਾਂ ਦੀ ਲੜਾਈ ਲੜਨੀ ਆ, ਤੁਸੀਂ ਉਹ ਢਾਂਚੇ ਦੇ ਵਿੱਚ ਲੜ ਰਹੇ ਆ ਜਿਹਦੇ ਵਿੱਚ ਉਹਨਾਂ ਨੇ ਮੁੜ ਕੇ ਤੁਹਾਨੂੰ ਰੋਗ ਦੇਈ ਜਾਣੇ ਤੇ ਤੁਸੀਂ ਬਿਮਾਰੀ ਤੇ ਕਦੀ ਫੋਕਸ ਨਹੀਂ ਕਰਨਾ। ਬਿਮਾਰੀ ਸਾਡਾ ਉਹ ਪੇਪਰ ਸਟੇਟ ਆ, ਬ੍ਰਾਹਮਣਵਾਦੀ ਸਟੇਟ ਆ, ਦਿੱਲੀ ਤਖਤ ਆ। ਜਿਹੜੇ ਉਹ ਰੋਗ ਦਿੰਦੇ ਆ, ਉਹ ਪਾਣੀ ਦਾ ਮਸਲਾ, ਧਰਤੀ ਦਾ ਮਸਲਾ, ਫਸਲਾਂ ਦਾ ਮਸਲਾ, ਜਿਹੜਾ ਮਰਜ਼ੀ ਮਸਲਾ ਲੈ ਲਓ, ਉਹ ਉਸ ਬਿਮਾਰੀ ਦੇ ਰੋਗ ਨੇ, ਉਹ ਕਦੇ ਨਹੀਂ ਮੁੱਕਣੇ। ਹਰੇਕ 2 ਸਾਲ ਬਾਅਦ 3-4 ਹੋਰ ਸੱਟ ਦਿੰਦੇ ਆ, ਅਸੀਂ ਉਸ ਚੀਜ਼ ਘੁੰਮਦੇ ਜਾਂਦੇ ਆ ਕਿਉਂਕਿ ਨਿਸ਼ਾਨਾ ਜਿਹੜਾ ਉਹ ਕਲੈਰਿਟੀ ਤੋਂ ਹਟ ਗਿਆ। ਨਿਸ਼ਾਨਾ ਸੀਗਾ ਖਾਲਿਸਤਾਨ ਦੀ ਨਹੀਂ ਰੱਖੀ ਗਈ ਹੈ। ਘੱਲੂਘਾਰੇ ਦੇ ਜਿਹੜੇ ਲੈਸਨਸ ਇਹ ਨਹੀਂ ਹੈਗੇ ਕਿ ਇਹ ਮੁੜ ਕੇ ਨਾ ਹੋਣ। ਘੱਲੂਘਾਰੇ ਦਾ ਲੈਸਨ ਇਹ ਹੈ ਕਿ ਸਿੱਖੀ ਕੇਸਾ ਸਵਾਸਾ ਸੰ ਨਿਭ ਜਾਵੇ। ਜਿਹੜੀ ਗੱਲ ਨੈਵਰ ਅਗੇਨ ਦੀ ਆਉਂਦੀ ਆ, ਇਟਸ ਨਾਟ ਟੋਟਲੀ ਅਪ ਟੂ ਅਸ। ਅਸੀਂ ਕੁਝ ਕਰ ਸਕਦੇ ਹਾਂ ਉਹਨੂੰ ਅਵੋਇਡ ਕਰਨ ਲਈ। ਛੋਟੇ ਤੇ ਵੱਡੇ ਘੱਲੂਘਾਰੇ ਅਸੀਂ ਚੁਣੇ ਨਹੀਂ ਕਿ ਸਾਡੇ ਨਾਲ ਹੋਣ। ਸਾਡੇ ਜੂਨ 1984 ਜਿਹੜੀ ਆ ਉਹ ਇੱਕ ਫਿਨਿਸ਼ ਜਿਹੜੀ ਗੱਲ ਆ ਮੁਕੰਮਲ ਤਾਂ ਨਹੀਂ ਹੋਈ ਕਰਕੇ ਉਹਦੇ ਪਿੱਛੇ ਹਾਲੇ ਇੱਕ ਜਿਹੜੀ ਜਸਟਿਸ ਦੀ ਗੱਲ ਚੱਲਦੀ ਆ ਉਹ ਚੱਲ ਰਹੀ ਹੈ ਤੇ ਜਸਟਿਸ ਖਾਲਿਸਤਾਨੀ ਹੈ। 2 ਧਿਰਾਂ ਦੀ ਅਲਾਈਨਮੈਂਟ ਹੋ ਰਹੀ ਹੈ ਇੱਕ ਵਿਸ਼ਵ ਦੇ ਉੱਤੇ। ਅਮਰੀਕਾ ਨੇ ਇੰਡੀਆ ਦੇ ਗੋਡੇ ਟਿਕਾਉਣੇ ਆ, ਜੋ ਰਸ਼ੀਆ ਦੇ ਨਾਲ ਸੰਧੀਆਂ ਕਰ ਰਿਹਾ, ਤੇਲ ਖਰੀਦ ਰਿਹਾ, ਜੋ ਵੀ ਹੈ। ਡਾਕਟਰ ਸਾਹਿਬ ਨੇ ਗੱਲ ਕਰ ਦਿੱਤੀ ਹੋਏਗੀ, ਪਰ ਉਹਨਾਂ ਨੇ ਇੱਕ ਸਿਸਟਮ ਦੇ ਵਿੱਚ ਸਾਨੂੰ ਵਰਤਿਆ ਹੈ। ਹੁਣ ਸਾਡੇ ਤੇ ਹੈ ਕਿ ਅਸੀਂ ਜੋ ਲੈਣਾ ਕੀ ਹੈ। ਜੇ ਇਹ ਬੰਦਿਆਂ ਨੂੰ ਸਾਡੇ ਸੰਘਰਸ਼ ਤੋਂ ਨਾ ਖਤਰਾ ਹੁੰਦਾ, ਜੇ ਇਹਨਾਂ ਨੂੰ ਖਾਲਿਸਤਾਨ ਤੋਂ ਕੋਈ ਖਤਰਾ ਨਾ ਹੁੰਦਾ, ਤੇ ਇੰਨੇ ਸਮੁੰਦਰ ਪਾਰ ਕਰਕੇ, ਇੰਨੇ ਦੇਸ਼ ਪਾਰ ਕਰਕੇ, ਸਰੀ ਦੀ ਧਰਤੀ ਤੇ ਆਣ ਕੇ ਗੁਰੂ ਨਾਨਕ ਸਿੰਘ ਗੁਰਦੁਆਰਾ ਪਹੁੰਚ ਕੇ ਉਹ ਕਿਉਂ ਭਾਈ ਹਰਦੀਪ ਸਿੰਘ ਜੀ ਨੂੰ ਸ਼ਹੀਦ ਕਰ ਲਿਆ? ਇਹਦਾ ਮਤਲਬ ਸਾਡਾ ਜਿਹੜਾ ਸੰਘਰਸ਼ ਆ ਉਹ ਸਹੀ ਰਾਹ ਤੇ ਚੱਲ ਰਿਹਾ ਹੈ, ਖਤਰਾ ਬਣ ਗਿਆ ਸੀ ਕਿ ਮੁੜ ਕੇ ਉਹਨਾਂ ਦੇ। ਤੇ 10-15 ਸਾਲ ਪਹਿਲਾਂ ਅਸੀਂ ਇਹ ਗੱਲ ਨਹੀਂ ਕਰ ਸਕਦੇ ਸੀ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੀ ਗੱਲ ਜਿਹੜੀ ਆ ਉਹ ਭਾਈ ਹਰਦੀਪ ਸਿੰਘ ਤੋਂ ਸ਼ੁਰੂ ਕਰਨੀ ਆ ਤੇ ਉੱਥੇ ਹੀ ਖਤਮ ਕਰਨੀ ਆ। ਮੇਰੇ ਲਈ ਉਹਦੀਆਂ ਬਾਤਾਂ ਪਾਉਣੀਆਂ ਤੇ ਆਪਣੇ ਵੀਰ ਜਿਹੜੇ ਆ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਤੋਂ ਨੇ, ਦਸ਼ਮੇਸ਼ ਦਰਬਾਰ ਤੋਂ ਨੇ ਤੇ ਹੋਰ ਗੁਰਦੁਆਰਾ ਸਾਹਿਬਾਨਾਂ ਤੋਂ ਨੇ, ਸੰਗਤ ਦੇ ਰੂਪ ਦੇ ਵਿੱਚ ਨੇ, ਜਿੰਨਾ ਵੀ ਪ੍ਰੇਮ ਪਿਆਰ ਅਸੀਂ ਸਾਰੇ ਉਸ ਵੀਰ ਦੇ ਨਾਲ ਕਰਦੇ ਹਾਂ। ਸਪੈਸ਼ਲੀ ਇਸ ਦਿਨਾਂ ਦੇ ਵਿੱਚ ਜਦੋਂ ਕੱਲ ਨੂੰ ਤਕਰੀਬਨ 8:30 ਵਜੇ ਸ਼ਾਮ ਨੂੰ 1 ਸਾਲ ਪੂਰਾ ਹੋ ਜਾਣਾ ਆ ਉਸ ਸਿੰਘ ਨੂੰ ਆਪਣੀ ਜਾਨ ਦਿੱਤੇ ਨੂੰ, ਸ਼ਹੀਦੀ ਦਿੱਤੇ ਨੂੰ ਇਸ ਕੌਮ ਲਈ। ਸੋ ਮੈਂ ਪਹਿਲੀ ਵਾਰ ਭਾਈ ਹਰਦੀਪ ਸਿੰਘ ਨੂੰ ਮਿਲਿਆ ਜੂਨ 1984 ਦੇ 2007 ਦੇ ਇੱਕ ਸਮਾਗਮ ਦੇ ਵਿੱਚ। ਤੇ ਮੈਂ ਉਹਨੂੰ ਜਾਣਦਾ ਨਹੀਂ ਸੀਗਾ ਕਿ ਮੈਂ ਜਦੋਂ ਸਟੇਜ ਤੋਂ ਉਤਰਿਆ ਉਹਨੇ ਮੈਨੂੰ ਜੱਫੀ ਪਾ ਕੇ ਮਿਲਿਆ ਤੇ ਉਹ ਇਦਾਂ ਹੀ ਸਾਰਿਆਂ ਨਾਲ ਹੀ ਕਰਦਾ ਸੀ। ਮੇਰੇ ਨਾਲ ਉਹਦੇ ਨਾਲ ਕੋਈ ਪਰਸਨਲ ਇਦਾਂ ਦਾ ਰਿਲੇਸ਼ਨਸ਼ਿਪ ਨਹੀਂ ਸੀ। ਹਰੇਕ ਬੰਦਾ ਜਿਹੜਾ ਇੱਥੇ ਬੈਠਾ ਆ ਉਹਦੇ ਨਾਲ ਜਦੋਂ ਵੀ ਮਿਲਦੇ ਸੀਗੇ ਉਹਨੂੰ ਸੀਗਾ ਕਿ ਮੈਂ ਇਹ ਆਪਣੇ ਨਾਲ ਗੱਲ ਲਾਵਾਂ, ਇਹਨੂੰ ਨਾਲ ਤੋਰਾਂ, ਇਹਦੇ ਨਾਲ ਗੱਲਾਂ ਬਾਤਾਂ ਕਰਾਂ, ਇਹਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂ ਕਿ ਪੰਥ ਦੇ ਨਾਲ ਕੀ ਹੋ ਰਿਹਾ ਹੈ। ਤੇ ਮੇਰੇ ਨਾਲ ਉਹਦੇ ਨਾਲ ਕੋਈ ਸਪੈਸ਼ਲ ਰਿਲੇਸ਼ਨਸ਼ਿਪ ਨਹੀਂ ਸੀ। ਤੁਹਾਡੇ ਸਾਰਿਆਂ ਨਾਲੋਂ ਲੇਕਿਨ ਜਿੰਨਾ ਪਿਆਰ ਉਹਨੇ ਮੈਨੂੰ ਦਿੱਤਾ ਹੋ ਸਕਦਾ ਤੁਹਾਨੂੰ ਵੀ ਜ਼ਿਆਦਾ ਦਿੱਤਾ ਹੋਵੇ। ਪਰ ਉਸ ਮੀਟਿੰਗ ਦੇ ਵਿੱਚ ਸਾਡੀ ਇੱਕ ਜਿਹੜੀ ਇਕੱਤਰਤਾ ਹੋਈ 2 ਸਿੱਖਾਂ ਦੀ ਤੇ ਉਹਦੇ ਵਿੱਚ ਮੈਨੂੰ ਹੁਣ ਚੇਤਾ, ਮੈਂ ਕਰਕੇ ਆਪਣੇ ਨੋਟਸ ਦੇਖਦਾ ਰਹਿੰਦਾ ਆ। ਉਸ ਨੋਟਸ ਦੇ ਵਿੱਚੋਂ ਇੱਕ ਗੱਲ ਜਿਹੜੀ ਆ ਮੈਂ ਉਸ 2007 ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਇੱਕ ਡਿਸਕ੍ਰਿਪਸ਼ਨ ਦੇ ਵਿੱਚ ਵਰਤੀ ਸੀਗੀ ਜੋ ਪੰਥ ਪ੍ਰਕਾਸ਼ ਦੇ ਵਿੱਚ ਭਾਈ ਕਰਜਾ ਸਿੰਘ ਲਈ ਵਰਤੀ ਗਈ ਸੀ। ਉਹਦੇ ਵਿੱਚ ਭਾਈ ਕਰਜਾ ਸਿੰਘ ਦਾ ਜਿਹੜਾ ਕਿਰਦਾਰ ਆ, ਕੈਰੈਕਟਰ ਆ, ਜਿੱਦਾਂ ਸਿੱਖ ਪੰਥ ਜਿਹੜਾ ਦੁਨੀਆ ਉਹਨੂੰ ਦੇਖ ਰਹੀ ਸੀਗੀ, ਉਹ ਇੱਕ ਝਲਕ ਮਿਲਦੀ ਆ ਕਿ ਉਹ ਸੰਤ ਜੀ ਵੀ ਤੇ ਮੈਂ ਕਹੂੰਗਾ ਕਿ ਭਾਈ ਹਰਦੀਪ ਸਿੰਘ ਨਿੱਚਲ ਵੀ ਉਸ ਡਿਸਕ੍ਰਿਪਸ਼ਨ ਦੇ ਲਾਇਕ। ਉਹ ਇਹ ਸੀਗੀ ਜਤੀ ਸਤੀ ਕੋ ਪ੍ਰਣ ਕੋ ਪੂਰੋ, ਕਿ ਜੋ ਵੀ ਉਹ ਬੋਲਦੇ ਸੀਗੇ, ਜੋ ਵੀ ਉਹ ਕਰਦੇ ਸੀਗੇ,
जो भी उन्होंने बोलना वो ते उन्होंने पूर्ण तौर पे उन्होंने वो करके दिखाना। गुर को सेवक गुर को सूरम, कि वो ਜਿਹੜੇ ਗੁਰੂ ਦੇ ਸੇਵਕ ਨੇ ਇਸ ਤਰ੍ਹਾਂ ਦੇ ਸੂਰਮੇ ਆ ਕਿ ਜੋ ਉਹਨਾਂ ਨੇ ਕਹਿ ਦਿੱਤਾ ਉਹਨਾਂ ਨੇ ਕਰਕੇ ਦਿਖਾਉਣਾ, ਭਾਵੇਂ ਉੱਥੇ ਉਹਨਾਂ ਦੀ ਜਾਨ ਲੱਗ ਜਾਵੇ। ਉਹ ਇਹੋ ਜਿਹੇ ਗੁਰੂ ਦੇ ਸੇਵਕ ਨੇ। ਤੇ ਸਾਡੇ ਭਰਾ ਨੇ 1 ਸਾਲ ਕੱਲ ਨੂੰ ਪੂਰਾ ਹੋ ਜਾਣਾ ਹੈ, ਉਹ ਕਰਕੇ ਦਿਖਾਇਆ ਸਾਨੂੰ। ਸੋ ਜੂਨ 1984 ਦੇ ਸੰਦਰਭ ਦੇ ਵਿੱਚ ਜਦੋਂ ਅਸੀਂ ਗੱਲ ਕਰਨੀ ਆ, ਬੁਲਾਰੇ ਨੇ ਵੀ ਗੱਲ ਕੀਤੀ ਹੈ ਕਿ ਖੁੱਲ ਕੇ ਗੱਲ ਹੋਵੇ, ਕਿ ਖੁੱਲ ਕੇ ਜਿਹੜੀ ਪੰਥ ਪ੍ਰਸਤ ਜਿਹੜੇ ਇੱਥੇ ਜਿੰਨੇ ਵੀ ਸਿੰਘ ਸਿੰਘਣੀਆਂ ਬੈਠੀਆਂ ਆ, ਜਦੋਂ ਤੁਸੀਂ ਗੱਲ ਜੂਨ 1984 ਦੀ ਕਰਨੀ ਆ, ਭਾਈ ਸਾਹਿਬ ਨੇ ਗੱਲ ਕੀਤੀ ਆ ਕਿ ਵਿਊਜ਼ ਹੁੰਦੇ ਆ। ਹਰਿੰਦਰ ਸਿੰਘ ਭਾਜੀ ਨੇ ਇੱਕ ਗੱਲ ਪੇਸ਼ ਕੀਤੀ, ਭਾਈ ਇਕਤਦਾਰ ਸਿੰਘ ਨੇ ਇੱਕ ਗੱਲ ਪੇਸ਼ ਕੀਤੀ, ਮੈਂ ਕਰ ਸਕਦਾ, ਡਾਕਟਰ ਅਮਰਜੀਤ ਸਿੰਘ ਮੇਰੀ ਵੀ ਗੱਲ ਕੱਟ ਕੇ ਪੇਸ਼ ਕਰ ਸਕਦੇ ਆ। ਇਹ ਬਿਊਟੀ ਆ ਇਹੋ ਜਿਹੇ ਵਿਚਾਰਾਂ ਦੀ, ਕਿ ਵਿਚਾਰ ਸਾਰੇ ਮਿਲਦੇ ਨਹੀਂ ਹੁੰਦੇ। ਜਿਹੜੀ ਇੱਕ ਗੱਲ ਜਿਹੜੀ ਬਹੁਤ ਜ਼ਰੂਰੀ ਆ ਕਿ ਸੱਚ ਸਿੱਖ ਸੰਕਲਪ ਦੇ ਵਿੱਚ ਜਿਹੜੇ ਸਿੱਖ ਅੰਡਰਸਟੈਂਡ ਕਰਦੇ ਆ, 25 ਸਾਲ ਦਾ ਮੇਰਾ ਤਜਰਬਾ ਹੈ, ਤੁਹਾਡਾ 40 ਸਾਲ ਤੋਂ ਵੀ ਜ਼ਿਆਦਾ ਤਜਰਬਾ ਹੋਊਗਾ ਕਈਆਂ ਦਾ। ਜਿਹੜੀ ਗੱਲ ਨੈਵਰ ਅਗੇਨ ਦੀ ਆਉਂਦੀ ਆ, ਇਟਸ ਨਾਟ ਟੋਟਲੀ ਅਪ ਟੂ ਅਸ। ਅਸੀਂ ਕੁਝ ਕਰ ਸਕਦੇ ਆ ਉਹਨੂੰ ਅਵੋਇਡ ਕਰਨ ਲਈ। ਛੋਟੇ ਤੇ ਵੱਡੇ ਘੱਲੂਕਾਰੇ ਅਸੀਂ ਚੁਣੇ ਨਹੀਂ ਕਿ ਸਾਡੇ ਨਾਲ ਹੋਣ। ਛੋਟੇ ਘੱਲੂਕਾਰੇ ਤੋਂ ਬਾਅਦ ਅਕਸਰ ਇਹ ਗੱਲ ਮੈਂ ਦੁਹਰਾਉਂਦਾ ਆ ਕਿ ਉਦੋਂ ਸਿੱਖਾਂ ਨੇ ਗੁਰਮਤਾ ਕੀਤਾ ਸੀਗਾ, ਜੋ ਨਿਕਸ ਜਿਹੇ ਰਾਜ ਲਹੇ ਮਰੇ ਗੁਰ ਪਰਜਾਏ, ਕਿ ਜੋ ਘੇਰੇ ਚੋਂ ਹੁਣ ਨਿਕਲ ਗਿਆ ਆ, ਉਹਦਾ ਇੱਕੋ ਹੀ ਕੰਮ ਹੈ ਕਿ ਉਹਨੇ ਰਾਜ ਸਥਾਪਿਤ ਕਰਨਾ, ਜਿਹੜੇ ਸ਼ਹੀਦ ਹੋ ਗਏ ਗੁਰੂ ਦੇ ਕੋਲ ਦੇ। ਬੜੀ ਕਲੀਅਰਟੀ ਸੀਗੀ ਨਿਸ਼ਾਨਿਆਂ ਦੀ। ਵੱਡੇ ਘੱਲੂਕਾਰੇ ਤੋਂ ਬਾਅਦ ਤੱਤ ਖਾਲਸਾ ਰਹਿ ਗਏ, ਉਹ ਗਿਓ ਸਪੋਰਟ ਹੋਏ ਕਿ ਹਾਲੇ ਵੀ ਤੱਤ ਖਾਲਸਾ ਜਿਉਂਦਾ ਆ। 20 ਸਾਲਾਂ ਦੇ ਵਿੱਚ ਮਿਸਰ ਸਰਦਾਰਾਂ ਨੇ ਪੰਜਾਬ ਦੇ ਉੱਤੇ ਰਾਜ ਕਾਇਮ ਕਰ ਦਿੱਤਾ ਸੀਗਾ, ਤੇ 40 ਸਾਲਾਂ ਦੇ ਤਕਰੀਬਨ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉੱਤੇ ਕਾਇਮ ਹੁੰਦਾ ਹੈ। ਘੱਲੂਕਾਰਿਆਂ ਤੋਂ ਬਾਅਦ ਸਾਨੂੰ ਬਹੁਤ ਵੱਡੀ ਕਲੀਅਰਟੀ ਵੀ ਮਿਲਦੀ ਹੈ, ਉਹੀ ਕਲੀਅਰਟੀ ਜੋ ਸੰਤ ਜਰਨੈਲ ਸਿੰਘ ਨੇ ਸਾਨੂੰ ਦਿੱਤੀ ਸੀਗੀ ਘੱਲੂਕਾਰੇ ਤੋਂ ਪਹਿਲਾਂ ਹੀ, ਕਿ ਜਿਸ ਦਿਨ ਇਸ ਦਰਬਾਰ ਸਾਹਿਬ ਦੇ ਵਿੱਚ ਹਿੰਦੁਸਤਾਨ ਦੀ ਫੌਜ ਆਊਗੀ, ਉਸ ਦਿਨ ਹੀ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਹ ਕਲੀਅਰਟੀ ਮਿਲਦੀ। ਉਹ ਵੀ ਨਿਸ਼ਾਨੇ ਵੱਲ ਨੂੰ ਗੱਲ ਵੱਧਦੀ ਹੈ। ਸੋ ਇਹ ਜਿਹੜੀ ਗੱਲ ਹੈ, ਇਹਦੇ ਵਿੱਚ ਮਾੜੀ ਮੋਟੀ ਸਾਡੀ ਡਿਫਰੈਂਸਿਸ ਹੋ ਸਕਦੀਆਂ, ਪਰ ਅਸੀਂ ਚਾਹੁੰਦੇ ਹਾਂ ਕਿ ਜੋ ਦੋਨੇ ਵੀਰਾਂ ਨੇ ਗੱਲ ਕੀਤੀ ਉਹੀ ਹੋਵੇ। ਅਸੀਂ ਨਸਲ ਕੁਸ਼ੀ ਚਾਹੁੰਦੇ ਨਹੀਂ, ਪਰ ਅਸੀਂ ਗੁਰੂ ਦੇ ਰਾਹ ਤੋਂ ਹਟ ਵੀ ਨਹੀਂ ਸਕਦੇ। ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਸਾਨੂੰ ਇੱਕ ਸੇਧ ਮਿਲਦੀ ਹੈ, ਗੁਰਸਿੱਖੀ ਇਹੋ ਕਰਮ ਹੈ, ਗੁਰ ਫਰਮਾਏ ਗੁਰਸਿੱਖ ਕਰਨਾ। ਗੁਰੂ ਸਾਹਿਬ ਨੇ ਸਾਨੂੰ ਬਹੁਤ ਕੁਝ ਕਰਨ ਲਈ ਕਿਹਾ ਆ, ਸ਼ਾਸਤਰਧਾਰੀ ਹੋਣ ਲਈ ਵੀ ਕਿਹਾ ਆ, ਕਿ ਉਹ ਸਿਰਫ ਤਾਂ ਨਹੀਂ ਕਰਕੇ ਅਸੀਂ ਆਪਣੀਆਂ ਫੋਟੋਆਂ ਖਿਚਾਈਏ। ਉਹਦੇ ਵਿੱਚ ਸਰਬੱਤ ਦੇ ਭਲੇ ਦਾ ਜਿਹੜਾ ਇਹ ਸੰਘਰਸ਼ ਆ, ਬਾਦਸ਼ਾਹੀ ਦਾਅਵੇ ਨੂੰ ਲਾ ਕੇ ਅਸੀਂ ਦੁਨੀਆ ਦੇ ਵਿੱਚ ਤੁਰਨਾ ਸੀਗਾ, ਉਹ ਉਸ ਦਾ ਇੱਕ ਪ੍ਰਤੀਕ ਸੀ। ਮੈਂ ਆਪ ਜੀ ਦੇ ਨਾਲ 3 ਗੱਲਾਂ ਜਿਹੜੀਆਂ ਸਾਂਝੀਆਂ ਕਰਕੇ ਬਹੁਤ ਸਮਾਂ ਹੋ ਗਿਆ ਆ। ਮੈਂ ਕੋਸ਼ਿਸ਼ ਕਰਦਾ ਹਾਂ ਕਿ ਸਮੇਂ ਮੁਤਾਬਕ ਹੀ 10-15 ਮਿੰਟਾਂ ਵਿੱਚ ਮੈਂ ਗੱਲ ਖਤਮ ਕਰਾਂ। ਡਾਕਟਰ ਸਾਹਿਬ ਜਿਹੜੇ ਉਹ ਗੱਲ ਅੱਗੇ ਤੋਰਨਗੇ। ਆਪਣੇ ਲਈ ਇੱਕ ਗੱਲ ਜਿਹੜੀ ਪਹਿਲੀ ਆ ਉਹ ਇੰਪੈਕਟ ਆ। ਮੈਨੂੰ ਦੱਸਿਆ ਗਿਆ ਕਿ ਵਿਸ਼ਾ ਜਿਹੜਾ ਤੁਹਾਨੂੰ ਦਿੱਤਾ ਗਿਆ ਕਿ ਇੱਕ ਨੌਜਵਾਨ ਜਿਹੜਾ ਬਾਹਰਲਾ ਜੰਮ ਪਾ ਲਿਆ ਕੈਨੇਡਾ ਦੇ ਵਿੱਚ, ਕਿ ਤੁਸੀਂ 1984 ਦਾ ਜਿਹੜਾ ਇਹ ਸਭ ਕੁਝ ਜੋ ਹੋਇਆ ਹੈ, ਵਰਤਾਰਾ ਹੈ ਜੋ ਅੱਜ ਤੱਕ ਚੱਲ ਰਿਹਾ ਹੈ, ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਉਹਦੇ ਵਿੱਚ ਮੈਂ 3 ਚੀਜ਼ਾਂ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਇੱਕ ਹੈਗਾ ਇੰਪੈਕਟ, ਇਹਦਾ ਅਸਰ ਕੀ ਪਿਆ ਤੇ ਅੱਜ ਤੱਕ ਕੀ ਪੈ ਰਿਹਾ ਹੈ। ਦੂਜਾ ਹੈਗਾ ਅੱਜ ਤੱਕ ਜਿਹੜਾ ਕਰੰਟ ਸਟੇਟ ਹੈ ਸਿੱਖਾਂ ਦਾ, ਅਸੀਂ ਕਿੱਥੇ ਬੈਠੇ ਹਾਂ। ਤੇ ਤੀਜਾ ਹੈਗਾ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਕਿਹੜੀਆਂ ਉਹ ਪ੍ਰੈਕਟੀਕਲ ਚੀਜ਼ਾਂ ਆ ਜਿਹੜੀਆਂ ਅਸੀਂ ਅੱਜ ਕਰ ਸਕਦੇ ਹਾਂ। ਜਦੋਂ ਅਸੀਂ ਗੱਲ ਕਰਨ ਤੋਂ ਪਹਿਲਾਂ ਜਿਹੜੀ ਇੱਕ ਸ਼ੁਰੂਆਤ ਹੁੰਦੀ ਆ, ਉਹ ਕਦੇ-ਕਦੇ ਲੱਗਦਾ ਆ ਕਿ ਇਹਦਾ ਕੀ ਫਾਇਦਾ ਹੈ। ਵੈਨਕੂਵਰ ਦੇ ਸਿੱਖਾਂ ਨੂੰ ਗੱਲ ਦਾ ਪਤਾ ਹੈ ਜਿਹੜੇ ਇੱਥੇ ਵੱਸਦੇ ਆ। ਇੱਥੇ 15-20 ਸਾਲ ਪਿੱਛੇ ਨੂੰ ਚੱਲ ਜਾਓ, ਜਦੋਂ ਅਸੀਂ ਨਾਰਿਆਂ ਦੀ ਗੱਲ ਕਰਦੇ ਹਾਂ, ਝੰਡਿਆਂ ਦੀ ਗੱਲ ਕਰਦੇ ਹਾਂ, 15-20 ਸਾਲ ਪਿੱਛੇ ਚੱਲ ਜਾਓ, ਨਾਰਾ ਲਾਉਣਾ ਤੇ ਝੰਡਾ ਚੱਕਣਾ ਔਖਾ ਹੋ ਗਿਆ ਸੀ। ਖਾਲਿਸਤਾਨ ਦੀ ਗੱਲ ਕਰਨੀ ਔਖੀ ਹੋ ਗਈ ਸੀ। ਇੰਟਰੋਡਕਸ਼ਨ ਸਾਡੀ ਇਸ ਗੱਲ ਵੱਲ ਨੂੰ ਜ਼ਿਆਦੀ ਤੁਰੀ, ਜਿੱਦਾਂ ਪੰਥਕ ਹਲਕਿਆਂ ਦੇ ਵਿੱਚ, ਜਥੇਬੰਦੀਆਂ ਦੇ ਵਿੱਚ ਨੌਜਵਾਨ ਵੀ ਆਏ, ਪੁਰਾਣੇ ਬੰਦੇ ਵੀ ਆਏ, ਤੇ ਇੱਕ ਸਾਂਝ ਬਣੀ। ਤੇ ਇਸ ਦੀ ਸਭ ਤੋਂ ਵੱਡੀ ਗੱਲ ਜਿਹੜੀ ਸਾਨੂੰ ਮਿਲੀ ਆ ਪਿਛਲੇ 5-7 ਸਾਲਾਂ ਦੇ ਵਿੱਚ, ਜੋ ਭਾਈ ਹਰਦੀਪ ਸਿੰਘ ਨਿੱਜਰ ਨੇ ਨਾਲ ਗੁਰੂ ਨਾਨਕ ਸਿੰਘ ਗੁਰਦੁਆਰੇ ਦੀ ਟੀਮ ਨੇ ਨਾਲ ਬਾਕੀ ਗੁਰਦੁਆਰਿਆਂ ਨਾਲ ਸਾਥ ਦਿੱਤਾ। ਬਾਹਰੋਂ ਸਿੱਖ ਫॉर ਜਸਟਿਸ ਨੇ, ਫਿਰ ਆ ਗਏ ਵਾਇਸ ਪੰਜਾਬ ਦੇ ਸਿੰਘ, ਫਿਰ ਆ ਗਏ ਭਾਈ ਦਲਜੀਤ ਸਿੰਘ ਬਿੱਟੂ ਦੇ ਗਰੁੱਪ, ਫਿਰ ਆ ਗਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਾਰਿਆਂ ਨੇ ਸਾਥ ਦਿੱਤਾ। ਪਰ ਭਾਈ ਹਰਦੀਪ ਸਿੰਘ ਨੇ ਸਾਰਿਆਂ ਨੂੰ ਉਹ ਇਕੱਠੇ ਕਰਕੇ ਤੋਰਿਆ। ਇਹ ਕੋਈ ਦੋਰਾਂ ਵਾਲੀ ਗੱਲ ਨਹੀਂ ਹੈਗੀ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੰਨਾ ਚਿਰ ਉਹ ਮੋਰੇ ਨਹੀਂ ਆਏ ਤੇ ਸਾਨੂੰ ਕੋਈ ਮਿਲਿਆ ਨਹੀਂ ਕਿ ਅਸੀਂ ਉਹਦੇ ਪਿੱਛੇ ਲੱਗੀਏ। ਅਸੀਂ ਸਾਰੇ ਥੋੜੇ ਜਿਹੇ ਖਿਲਰੇ ਸੀਗੇ।
ਤੇ ਇਹ ਮੈਂ ਤਾਂ ਜ਼ਰੂਰੀ ਸਮਝਦਾ ਕਿ ਜਿਹੜੀਆਂ ਗੱਲਾਂ ਮੈਂ ਕਰਨੀਆਂ ਆ ਇੰਪੈਕਟ ਦਾ, ਕਰੰਟ ਸਟੇਟ ਦਾ ਤੇ ਭਵਿੱਖ ਦੀ, ਇਹ ਗੱਲਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਤੋਂ ਸ਼ੁਰੂ ਹੁੰਦੇ ਆ ਤੇ ਕਿਤੇ ਅਸੀਂ ਪਹੁੰਚਣਾ ਆ। ਰੈਫਰੈਂਡਮ ਅਸੀਂ ਸ਼ੁਰੂ ਕੀਤੀ ਹੈ ਅੱਜ, ਜੇ ਉਹ ਨਾਨ ਬਾਈਂਡਿੰਗ ਹੈ, ਕੱਲ ਨੂੰ ਅਸੀਂ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਸੀ ਬਾਈਂਡਿੰਗ ਤੱਕ ਲੈ ਕੇ ਜਾਣਾ ਉਹਨੂੰ, ਪਰ ਸ਼ੁਰੂਆਤ ਇਹਦੀ ਹੋ ਗਈ, ਪ੍ਰੋਸੈਸ ਸ਼ੁਰੂ ਹੈ। ਉਹਦੇ ਹੋਰ ਵੀ ਅਸੀਂ ਕੰਮ ਕਰ ਸਕਦੇ ਹਾਂ, ਨੋ ਡਾਊਟ ਐਜ਼ ਅ ਵਨ, ਪਰ ਸ਼ੁਰੂਆਤ ਹੋ ਗਈ। ਸੇਮ ਥਿੰਗ ਜਿਹੜੀ ਗੱਲ ਹੁੰਦੀ ਹੈ ਕਿ ਜਦੋਂ ਅਸੀਂ ਕੋਈ ਸਿਟੀਜ਼ਨਸ ਕੋਰਟ ਜਾਂ ਇਦਾਂ ਦੀ ਚੀਜ਼ ਸੈਟ ਅਪ ਕਰਦੇ ਹਾਂ, ਇਹ ਪਹਿਲੋਂ ਵੀ ਨਹੀਂ, ਅਸੀਂ ਪਹਿਲੀ ਵਾਰ ਅਸੀਂ ਦੁਨੀਆ 'ਚ ਕਰ ਰਹੇ ਹਾਂ। ਹੋਰ ਵੀ ਜਿਹੜੀਆਂ ਕੌਮਾਂ ਜਾਂ ਨੇਸ਼ਨਸ ਨੇ ਇਦਾਂ ਦੀਆਂ ਚੀਜ਼ਾਂ ਕੀਤੀਆਂ ਨੇ, ਆਪਣੇ ਲੋਕਾਂ ਨੂੰ ਜਾਗਰੂਕ ਕਰਨ ਲਈ, ਮੀਡੀਆ ਅਟੈਂਸ਼ਨ ਹਾਸਲ ਕਰਨ ਲਈ, ਤੇ ਨਾਲ ਇੱਕ ਪ੍ਰੋਸੈਸ ਸੈੱਟ ਕਰਨ ਲਈ ਕਿ ਇਹ ਤੋਂ ਵੀ ਬਿਹਤਰ ਜੋ ਅਸੀਂ ਇਹਨੂੰ ਸਿਸਟਮ ਨੂੰ ਗਾਂਹ ਲੈ ਕੇ ਜਾਣਾ ਅਸੀਂ ਉਹ ਕਰ ਸਕੀਏ। ਪਰ ਸ਼ੁਰੂਆਤ ਕਿਤੇ ਹੁੰਦੀ ਹੈ। ਤੋ ਇੰਪੈਕਟ ਦੀ ਗੱਲ ਜਿਹੜੀ ਹੈ, ਸਰਦਾਰ ਅਜਮੇਰ ਸਿੰਘ ਨੇ ਗੱਲ ਕੀਤੀ ਸੀ ਕਿ ਜੋ ਪਹਿਲੀ ਕੈਜੁਅਲਟੀ ਜਿਹੜੀ ਸਿੱਖਾਂ ਨੂੰ ਮਿਲੀ ਜਦੋਂ ਅੰਗਰੇਜ਼ਾਂ ਨੂੰ, ਫਰੰਗੀ ਨੂੰ ਅਸੀਂ ਉਸ ਸਬ ਕੰਟੀਨੈਂਟ ਨੂੰ ਕੱਢਣਾ ਸੀ, ਕਿ ਸਿੱਖਾਂ ਨੇ ਦੇਸ਼ ਪੰਜਾਬ ਦੇ ਲਈ ਸੋਵਰਨਟੀ ਦੇ ਟਰਮਸ ਤੇ ਸੋਚਣਾ ਬੰਦ ਕਰ ਦਿੱਤਾ ਤੇ ਉਹਨਾਂ ਨੇ ਆਪਣੇ ਆਪ ਨੂੰ ਇੰਡੀਅਨਨੈਸ ਦੇ ਵਿੱਚ ਪਾ ਕੇ, ਇੰਡੀਆ ਨੂੰ ਅਪਣਾ ਕੇ, ਇੰਡੀਆ ਦੇ ਇਹ ਸੋਚ ਲਿਆ ਕਿ ਅਸੀਂ ਇੰਡੀਆ ਲਈ ਲੜ ਰਹੇ ਹਾਂ, ਇਹੀ ਸਾਡਾ ਦੇਸ਼ ਹੈ। ਤੇ ਸਾਡੀ ਪੋਲਿਟਿਕਸ ਜਿਹੜੀ ਹੈ 47 ਤੋਂ ਲੈ ਕੇ 84 ਤੱਕ, 84 ਤੋਂ ਲੈ ਕੇ ਅੱਜ ਤੱਕ ਇੱਕ ਆਈਡੈਂਟੀਟੀ ਕ੍ਰਾਈਸਿਸ ਦੇ ਵਿੱਚੋਂ ਲੰਘ ਰਹੀ ਹੈ ਕਿ ਅਸੀਂ ਹੈ ਕੌਣ। ਇਹ ਜਿਹੜਾ ਇੰਡੀਅਨਨੈਸ ਸਾਡੇ ਵਿੱਚ, ਭਾਵੇਂ ਉਹ ਕਲੋਨੀਅਲਿਜ਼ਮ ਦੇ ਵਿੱਚ ਬ੍ਰਿਟਿਸ਼ ਨੇ ਥੋੜਾ ਜਿਹਾ ਵਾਰ ਦਿੱਤਾ ਕਿ ਇੱਕ ਭੰਬਲ ਭੂਸੇ 'ਚ ਪਾਤਾ ਕਿ ਅਸੀਂ ਹੈ ਕੌਣ। ਸਾਡੀ ਅਕਾਲੀ ਫੌਜਾਂ ਜਿਹੜੀਆਂ ਸੀਗੀਆਂ ਉਹਦੇ ਵਿੱਚੋਂ ਜੇ ਅਸੀਂ ਅਕਾਲੀ ਫੂਲਾ ਸਿੰਘ ਨੂੰ ਦੇਖਦੇ ਹਾਂ, ਅਸੀਂ ਅੱਜ ਉਹ ਗੱਲ ਸੋਚ ਸਕਦੇ ਹਾਂ ਕਿ ਉਹ ਸਿੱਖ ਜਿਹੜੇ ਸੀਗੇ ਉਹ ਕਿੱਦਾਂ ਆਪਣੀ ਜ਼ਿੰਦਗੀ ਬਤੀਤ ਕਰਦੇ ਸੀ। ਤੇ ਬੜੀ ਡਿਫਿਕਲਟ ਸਾਨੂੰ ਝਲਕਾਂ ਮਿਲਦੀਆਂ ਹੈ ਜਦੋਂ ਅਸੀਂ ਸੰਤ ਜਰਨੈਲ ਸਿੰਘ ਵੱਲ ਦੇਖਦੇ ਹਾਂ ਜਾਂ ਕਈ ਜੁਝਾਰੂਆਂ ਦੇਖਦੇ ਹਾਂ, ਬਟ ਇਟ ਬਿਕੇਮ ਡਿਫਿਕਲਟ ਕਿਉਂਕਿ ਇਹੀ ਤੇ ਜਿਹੜੀ ਇੱਕ ਕਹਿ ਲਓ ਕਿ ਟ੍ਰੈਜੇਡੀ ਆ ਕਲੋਨੀਅਲਿਜ਼ਮ ਦੀ, ਬਸਤੀਵਾਦੀ ਦੀ, ਕਿ ਉਹ ਤੁਹਾਨੂੰ ਭੁੱਲ ਹੀ ਜਾਂਦਾ ਹੈ ਕਿ ਤੁਸੀਂ ਹੈ ਕੌਣ, ਤੁਹਾਡੀ ਹੋਂਦ ਕੀ ਆ, ਉਹ ਸਾਰਾ ਕੁਝ ਉੱਤੇ ਉਹ ਖਤਮ ਕਰਨ ਦੀ ਉਹਨਾਂ ਦਾ ਇਹੀ ਮਕਸਦ ਹੈ। ਸੋ ਸਾਡੇ ਲਈ ਜਿਹੜੀ ਗੱਲ ਭਾਈ ਬਲਬੀਰ ਸਿੰਘ ਭਰਪੂਰ ਨੇ ਇਹ ਗੱਲ ਕਹੀ ਸੀ ਕਿ ਜੇ ਸਾਨੂੰ ਇਦਾਂ ਲੱਗਦਾ ਹੈ ਕਿ ਇਹ ਸੌਵਰਨਟੀ ਦੀ ਲੜਾਈ ਜਿਹੜੀ ਆ ਪਿਛਲੇ 10, 20, 40 ਸਾਲਾਂ ਦੀ ਅਸੀਂ ਸਿਰਜੀ, ਸਾਡੇ ਲਈ ਇੱਕ ਬਹੁਤ ਵੱਡੀ ਇਤਿਹਾਸਕ ਭੁੱਲ ਹੋਊਗੀ। ਕੌਮ ਸੌਵਰਨ ਸੀ, ਅਸੀਂ ਇੱਕ ਰੀਕਲੇਮਿੰਗ ਆਫ ਸੌਵਰਨਟੀ ਕਰ ਰਹੇ ਹਾਂ, ਇਹ ਕੋਈ ਨਵੀਂ ਚੀਜ਼ ਨਹੀਂ। ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਕਿਉਂਕਿ ਅਸੀਂ ਆਫਟਨ ਇਦਾਂ ਸੋਚਣ ਆ ਪੈਂਦੇ ਹਾਂ ਕਿ ਇਹ ਇੰਪੈਕਟ ਸਾਡੀ ਜਿਹੜੀ ਸਾਈਕੋਲੋਜੀ ਤੇ ਹੋ ਜਾਂਦਾ ਹੈ ਕਿ ਅਸੀਂ ਕੋਈ ਨਵੀਂ ਚੀਜ਼ ਸਿਰਜ ਰਹੇ ਹਾਂ। ਬਾਦਸ਼ਾਹੀ ਦਾ ਦਾਵਾ ਸਾਨੂੰ ਗੁਰੂ ਨੇ ਦਿੱਤਾ, ਰਾਜ ਜਿਹੜਾ ਆ ਸਿੱਖਾਂ ਨੇ ਕਾਇਮ ਕੀਤਾ, ਜੇ ਉਹ ਰਾਜ ਅਸੀਂ ਹੁਣ ਰੀਕਲੇਮ ਕਰਨਾ ਆ ਉਹਦੇ ਲਈ ਸਾਨੂੰ ਉਹੀ ਟਰਮਸ ਐਜ਼ ਸਿਕਸ ਜਿਹੜੇ ਆ ਮੁੱਢੇ ਸੋਚਣਾ ਪੈਣਾ। ਰਾਦਰ ਦੈਨ ਅਸੀਂ ਕੋਈ ਵੈਸਟਰਨ ਕਨਸਟਰਕਟਸ ਦੇ ਵਿੱਚ ਆਣ ਕੇ ਅਸੀਂ ਫਸ ਜਾਈਏ, ਐਜ਼ ਸਿਕਸ ਸਾਨੂੰ ਸੋਚਣਾ ਪੈਣਾ ਹੈ ਕਿ ਅਸੀਂ ਕੀ ਕਰਨਾ। ਹਰੇਕ ਮੋਰਚਾ ਜਿਹੜਾ ਆ 47 ਤੋਂ ਬਾਅਦ ਉਹ ਵੱਧ ਅਧਿਕਾਰਾਂ ਲਈ ਲੜਿਆ ਗਿਆ। ਇਸ ਭੁਲੇਖੇ ਦੇ ਵਿੱਚੋਂ ਸਾਨੂੰ ਸੰਤ ਜਰਨੈਲ ਸਿੰਘ ਨੇ ਕੱਢਿਆ ਕਿ ਤੁਹਾਡੀ ਲੜਾਈ ਕਿਸ ਚੀਜ਼ ਦੀ ਹੈ। ਅਪ ਟਿਲ ਅਕਾਲੀ ਪੋਲਿਟਿਕਸ ਜਿਹੜੀ ਆ ਉਹ ਲਗਾਤਾਰ ਕੋਈ ਵੱਧ ਅਧਿਕਾਰਾਂ ਦੀ ਗੱਲ ਜਿਹੜੀ ਆ, ਹੱਕਾਂ ਦੀ ਗੱਲ ਜਿਹੜੀ ਆ ਉਹ ਸਟੇਟ ਦੇ ਵਿੱਚ ਕਰਦੀ ਰਹੀ। ਸੰਤਾਂ ਨੇ ਇਸ ਗੱਲ ਦੀ ਕਲੈਰਿਟੀ ਕਰ ਦਿੱਤੀ ਕਿ ਤੁਹਾਡੀ ਲੜਾਈ ਡਿਸਕ੍ਰਿਮੀਨੇਸ਼ਨ ਦੀ ਨਹੀਂ, ਗੁਲਾਮੀ ਦੀ ਹੈ, ਤੇ ਗੁਲਾਮੀ ਦੇ ਵਿੱਚੋਂ ਸਿਰਫ ਆਜ਼ਾਦੀ ਹੀ ਨਿਕਲਦੀ ਹੈ। ਕਿ ਜੇ ਤੁਸੀਂ ਇਹ ਗੱਲ ਮੰਨ ਲਈ ਕਿ ਤੁਸੀਂ ਗੁਲਾਮ ਆ, ਗੁਲਾਮ ਨੇ ਫਿਰ ਜਦੋਂ ਗੁਲਾਮੀ ਦੇ ਸੰਗਲ ਤੋੜਨੇ ਆ ਉਹ ਵੀ ਆਜ਼ਾਦ ਹੀ ਹੋ ਸਕਦਾ ਹੈ। ਜਦੋਂ ਤੁਸੀਂ ਡਿਸਕ੍ਰਿਮੀਨੇਸ਼ਨ ਦੀ ਲੜਾਈ ਲੜਨੀ ਆ, ਵੱਧ ਅਧਿਕਾਰਾਂ ਦੀ ਲੜਾਈ ਲੜਨੀ ਆ, ਤੁਸੀਂ ਉਹ ਢਾਂਚੇ ਦੇ ਵਿੱਚ ਲੜ ਰਹੇ ਆ ਜਿਹਦੇ ਵਿੱਚ ਉਹਨਾਂ ਨੇ ਮੁੜ ਕੇ ਤੁਹਾਨੂੰ ਰੋਗ ਦੇਈ ਜਾਣੇ ਤੇ ਤੁਸੀਂ ਬਿਮਾਰੀ ਤੇ ਕਦੀ ਫੋਕਸ ਨਹੀਂ ਕਰਨਾ। ਬਿਮਾਰੀ ਸਾਡਾ ਉਹ ਪੇਪਰ ਸਟੇਟ ਆ, ਬ੍ਰਾਹਮਣਵਾਦੀ ਸਟੇਟ ਆ, ਦਿੱਲੀ ਤਖਤ ਆ, ਉਹ ਸਾਡੀ ਬਿਮਾਰੀ ਹੈ। ਤੇ ਉਹਦੇ ਵਿੱਚ ਜਿਹੜੇ ਉਹ ਰੋਗ ਦਿੰਦੇ ਆ, ਉਹ ਪਾਣੀ ਦਾ ਮਸਲਾ, ਧਰਤੀ ਦਾ ਮਸਲਾ, ਫਸਲਾਂ ਦਾ ਮਸਲਾ, ਜਿਹੜਾ ਮਰਜ਼ੀ ਮਸਲਾ ਲੈ ਲਓ, ਉਹ ਉਸ ਬਿਮਾਰੀ ਦੇ ਰੋਗ ਨੇ, ਉਹ ਕਦੇ ਨਹੀਂ ਮੁੱਕਣੇ। ਹਰੇਕ 2 ਸਾਲ ਬਾਅਦ, ਸਾਲ ਬਾਅਦ 3-4 ਹੋਰ ਸੱਟ ਦਿੰਦੇ ਆ, ਅਸੀਂ ਉਸ ਚੀਜ਼ ਘੁੰਮਦੇ ਰਹਿੰਦੇ ਹਾਂ ਕਿਉਂਕਿ ਨਿਸ਼ਾਨਾ ਜਿਹੜਾ ਉਹ ਕਲੈਰਿਟੀ ਤੋਂ ਹਟ ਗਿਆ। ਨਿਸ਼ਾਨਾ ਸੀਗਾ ਖਾਲਿਸਤਾਨ ਦੀ ਨਹੀਂ ਰੱਖੀ ਗਈ ਹੈ, ਬਹੁਤ ਸਟ੍ਰੇਟ ਫੋਰਵਰਡ ਗੱਲ ਸੀਗੀ ਸਾਡੇ। ਸੋ ਉਸ ਨਿਸ਼ਾਨੇ ਤੇ ਮੁੜ ਕੇ ਆਉਣਾ, ਜਿਹੜਾ ਇਹਦਾ ਇੰਪੈਕਟ ਬਾਹਰਲੇ ਡਾਇਸਪੋਰਾ ਤੇ ਹੋਇਆ ਕਰਕੇ ਅਸੀਂ ਬਾਹਰ ਬੈਠੇ ਹਾਂ। ਮੈਂ ਇੱਥੇ ਦਾ ਜੰਮ ਪਾਲਿਆ, ਜੋ ਮੈਂ ਆਪਣੇ ਘਰਾਂ 'ਚ ਦੇਖਿਆ, ਮੈਂ ਹਰੇਕ ਗੱਲ 'ਚ ਨਹੀਂ ਜਾਣਾ, ਪਰ ਸੰਖੇਪ ਦੇ ਵਿੱਚ ਬਾਹਰ ਦੇ ਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਇੱਥੇ ਬਜ਼ੁਰਗ ਨੇ ਉਹਨਾਂ ਨੂੰ ਇਸ ਗੱਲ ਦਾ ਜ਼ਿਆਦਾ ਪਤਾ ਹੈ। ਜਿਸ ਦਿਨ ਜੂਨ 1984 ਵਾਪਰਿਆ, ਉਸ ਦਿਨ ਬਹੁਤ ਘਰਾਂ ਦੇ ਵਿੱਚ, ਮੇਰਾ ਘਰ ਵੀ ਉਸ ਚ ਇੰਕਲੂਡਡ ਆ, ਸਿੱਖੀ ਸਾਡੇ ਘਰਾਂ 'ਚ ਵਾਪਸ ਆਈ। ਮੇਰੇ ਫਾਦਰ ਸਾਹਿਬ ਨੇ ਜੂਨ 1984 ਦੇ ਹਮਲੇ ਵੇਲੇ ਹੀ ਅਮਰ ਛਕਿਆ। ਸਾਡੇ ਘਰ ਦੇ ਵਿੱਚ ਮੁੜ ਕੇ ਸਿੱਖੀ ਆਈ। ਅਸੀਂ ਉਸ ਰਾਹ ਦੇ ਉੱਤੇ, ਉਹਨਾਂ ਦੇ ਕਹੇ ਤੇ, ਸਿੱਖਿਆ ਦੇ ਉੱਤੇ ਅਸੀਂ ਤੁਰੇ। ਇਦਾਂ ਦੇ ਬਹੁਤ ਪਰਿਵਾਰ ਇੱਥੇ ਬੈਠੇ ਨੇ, ਇਹ ਐਗਜ਼ੈਕਟ ਚੀਜ਼ ਤੁਹਾਡੇ ਨਾਲ ਵੀ ਹੋਈ।
ਘੱਲੂਘਾਰੇ ਦੇ ਜਿਹੜੇ ਲੈਸਨਸ ਇਹ ਨਹੀਂ ਹੈਗੇ ਕਿ ਇਹ ਮੁੜ ਕੇ ਨਾ ਹੋਣ। ਘੱਲੂਘਾਰੇ ਦਾ ਲੈਸਨ ਇਹ ਹੈ ਕਿ ਸਿੱਖੀ ਕੇਸਾ ਸਵਾਸਾ ਸੰ ਨਿਭ ਜਾਵੇ। ਸਾਡੀ ਅਰਦਾਸ ਹੀ ਇਹ ਹੈ ਜਾਂ ਨਹੀਂ, ਸਿੱਖੀ ਕੇਸਾ ਸਵਾਸਾ ਸੰ ਨਿਭ ਜਾਵੇ। ਜਦੋਂ ਅਸੀਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੂੰ ਚੇਤੇ ਕਰਦੇ ਹਾਂ ਹਰੇਕ ਦਿਨ 2 ਵਾਰੀ, ਇਹ ਸਾਡਾ ਜਿਹੜਾ ਮਾਡਲ ਹੈ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਸਾਡਾ ਉਹ ਬੜਾ ਵੱਖਰਾ ਹੈ। ਉਹ ਕਦੀ ਕਦੀ ਜਿਹੜੀ ਦੁਨਿਆਵੀ ਕੋਈ ਫਾਇਦਾ ਹੁੰਦਾ, ਨੁਕਸਾਨ ਹੁੰਦਾ, ਕੁਝ ਨਹੀਂ ਹੁੰਦਾ। ਸਾਡਾ ਸ਼ਹੀਦੀ ਦੇ ਵਿੱਚ ਕੋਈ ਨੁਕਸਾਨ ਨਹੀਂ। ਨੁਕਸਾਨ ਉਦੋਂ ਆ ਜਦੋਂ ਗੁਰਬਾਣੀ ਵੀ ਸਾਨੂੰ ਕਹਿੰਦੀ ਹੈ, ਜੋ ਦੁੱਖ ਕਦੇ ਜਦ ਵਿਸਰੇ ਸੁਖ ਪ੍ਰਭ ਚਿਤ ਆਏ। ਦੁੱਖ ਉਦੋਂ ਹੀ ਸਿੱਖ ਨੂੰ ਹੁੰਦਾ ਹੈ ਜੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਤੋਂ ਵਿਸਰ ਜਾਵੇ, ਤੇ ਜੋ ਚੇਤੇ ਰੱਖਦਾ ਉਹਨੂੰ, ਉਹਦੇ ਰਜ਼ਾ ਦੇ ਵਿੱਚ ਰਹਿੰਦਾ, ਹੁਕਮ ਦੇ ਵਿੱਚ ਰਹਿੰਦਾ, ਭਾਣੇ ਦੇ ਵਿੱਚ ਰਹਿੰਦਾ, ਤੇ ਉਹ ਡੋਲਦਾ ਨਹੀਂ ਤੇ ਸੌਖੀ ਸੌਖੇ। ਇਹ ਸਾਡਾ ਨਜ਼ਰੀਆ ਹੈ, ਦੁਨੀਆ ਦਾ ਨਹੀਂ। ਅਸੀਂ ਜੋ ਇੱਕ ਖਾੜਕੂ ਸੰਘਰਸ਼ ਵੇਲੇ 2 ਚੀਜ਼ਾਂ ਦੇਖੀਆਂ, ਇੱਕ ਜਿਹੜਾ ਨਸਲਕੁਸ਼ੀ ਦੀ ਗੱਲ ਹੋਈ ਹੈ, ਦੂਜਾ ਸੀ ਸਾਡਾ ਜੁਝਾਰੂਪੁਣਾ। ਸਾਡਾ ਜੁਝਾਰੂਪੁਣਾ ਜਿਹੜਾ ਆ ਉਹ ਦੁਨੀਆ ਦੇ ਮੋਹਰੇ ਆਇਆ ਕਿ ਕਿੰਨੇ ਥੋੜੇ ਲੋਕਾਂ ਨੇ ਇਹੋ ਜਿਹੀ ਟਰੇਨ ਦੇ ਉੱਤੇ ਜਿਹਦੇ ਐਨ ਫਲਾਣੇ ਕੋਈ ਪਹਾੜੀ ਇਲਾਕੇ ਨਹੀਂ, ਕੁਛ ਨਹੀਂ ਹੈਗਾ, ਲੜ ਕੇ ਉਹ ਕਿੱਦਾਂ ਉਹਨਾਂ ਦੀ ਜਿਹੜੀ ਜੰਗਲ ਸੀਗੇ ਉਹ ਲੋਕਾਂ ਦੇ ਘਰ ਬਣ ਗਏ। ਸਾਡੇ ਲਈ ਠਹਿਰਾਂ ਜਿਹੜੀਆਂ ਸੀਗੀਆਂ ਪੰਜਾਬ ਦੇ ਲੋਕ, ਪੰਜਾਬ ਦੇ ਸਿੱਖਾਂ ਦੀਆਂ ਠਹਿਰਾਂ ਹੀ ਸਾਡੀਆਂ ਜੰਗਲ ਸੀਗੇ ਸਿੰਘਾਂ ਦੇ, ਤੇ ਸਾਥ ਦਿੱਤਾ ਉਹ ਲੋਕਾਂ ਨੇ ਬਹੁਤ ਕਸ਼ਟ ਸਹਾਰ ਕੇ। ਤੇ ਉਹ ਸਾਨੂੰ ਦੇਖਣ ਲਈ ਮਿਲਿਆ। ਸਿਰਫ ਜੈਨੋਸਾਈਡ ਨਹੀਂ ਹੋਇਆ, ਨਸਲਕੁਸ਼ੀ ਨਹੀਂ ਹੋਈ। ਅਸੀਂ ਇੱਕ ਲੜੀ ਜਿਹੜੀ ਆ ਤੋੜੀ ਗਈ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਤੋਂ, ਉਹ ਸਾਨੂੰ ਫਿਰ 1980 ਤੇ 90 ਵੇਲੇ ਸਾਨੂੰ ਮਿਲ ਗਿਆ ਕਿ ਅਸੀਂ ਆਹ ਜਿਹੜੀ ਜਨਰੇਸ਼ਨ ਹੈ ਸਾਡੀ ਆ, ਇਹ ਬੱਚਿਆਂ ਦੀ ਹੈ, ਇਹਨਾਂ ਦੇ ਲਈ ਉਹੀ ਗੱਲਾਂ ਜਿਹੜੀ 18ਵੀਂ ਸਦੀ ਦੇ ਵਿੱਚ ਦੁਹਰਾਈਆਂ ਗਈਆਂ ਉਹ ਫਿਰ ਮੋੜੇ ਆ ਗਈਆਂ ਕਿ ਸਾਡੇ ਸਿੰਘ ਸਿੰਘਣੀਆਂ ਜਿਹੜੀਆਂ ਏਦਾਂ ਉਹ ਵਿਚਰਦੇ ਆ ਦੁਨੀਆ ਦੇ ਵਿੱਚ। ਉਹਦਾ ਇੱਕ ਐਗਜ਼ਾਮਪਲ ਦੇ ਕੇ ਮੈਂ ਸੈਕੰਡ ਪੁਆਇੰਟ ਤੇ ਆਉਂਦਾ। ਭਾਈ ਅਨੋਖ ਸਿੰਘ ਜੀ ਬਵਰ, ਤੁਸੀਂ ਸਾਰਿਆਂ ਨੇ ਉਹਨਾਂ ਦਾ ਨਾਮ ਸੁਣਿਆ ਹੈ, ਉਹਦੀ ਕਹਾਣੀ ਵੀ ਜਾਣਦੇ ਹੋਣੇ। ਉਹਨਾਂ ਨੇ ਇੱਕ ਗੱਲ ਆਖੀ ਸੀਗੀ, ਪਰ ਅਧੀਨ ਸੁਪਨੇ ਸੁਖ ਨਹੀਂ। ਕਿ ਕਿਸੇ ਦੀ ਈਨ ਥੱਲੇ ਜਿਉਣਾ, ਗੁਲਾਮੀ ਦੇ ਵਿੱਚ ਜਿਉਣਾ, ਤੁਸੀਂ ਸੁਪਨਿਆਂ ਦੇ ਵਿੱਚ ਵੀ ਨਹੀਂ ਸੁਖ ਮਾਣ ਸਕਦੇ। ਤੇ ਇਹ ਕੋਈ ਆਮ ਇਨਸਾਨ ਨਹੀਂ ਸੀ। ਇਹ ਕਹਿ ਲਓ ਕਿ ਮਾਡਰਨ ਸੈਂਸ ਦੇ ਵਿੱਚ ਭਾਈ ਮਨੀ ਸਿੰਘ ਸੀ ਸਾਡਾ। ਇਹ ਉਹ ਬੰਦਾ ਸੀ ਜਦੋਂ ਰਾਤ ਪਈ, ਇਹਦੀਆਂ ਅੱਖਾਂ ਕੱਢੀਆਂ ਗਈਆਂ, ਰੋਡਾਂ ਲੱਤਾਂ ਦੇ ਵਿੱਚ ਵੜ ਦਿੱਤੀਆਂ ਗਈਆਂ, ਸਾਰਾ ਸਰੀਰ ਤੋੜ ਦਿੱਤਾ ਗਿਆ। ਇਹ ਉਹ ਮਨੁੱਖਿਆ, ਉਹ ਸਿੱਖਿਆ ਜਿਹਨੇ ਆਵਾਜ਼ ਮਾਰੀ ਕਿ ਸਮਾਂ ਕੀ ਹੋ ਗਿਆ ਹੈ, ਤੇ ਉਹ ਕਹਿ ਰਿਹਾ ਕਿ ਸੂਰਜ ਛਿਪ ਰਿਹਾ ਹੈ, ਤੇ ਉਹ ਬੰਦਾ ਕਹਿ ਰਿਹਾ ਕਿ ਰਹਿਰਾ ਸਜਦਾ ਹੋ ਗਿਆ। ਅੱਖਾਂ ਤੇ ਉਹੀ ਅਰਦਾਸ ਜਿਹੜੀ ਸਿੱਖਾਂ ਦੀ ਹੈ ਕਿ 4 ਪੈਰ ਜਿਹੜੇ ਦਿਨ ਸੁੱਖਾਂ ਵਿੱਚ ਬਤੀਤ ਹੋਏ। ਇਹ ਨਜ਼ਰੀਆ ਆ ਸਾਡਾ। ਸਾਡੇ 'ਚ ਬਹੁਤ ਫਰਕ ਆ। ਏਕ ਔਰ ਪਇਓ ਖਾਲਸਾ, ਏਕ ਔਰ ਸੰਸਾਰ, ਸੈਨਾਪਤੀ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਦੀ। ਸਾਡਾ ਨਜ਼ਰੀਆ ਵੱਖਰਾ ਹੈ। ਇਹ ਨਹੀਂ ਕਿ ਅਸੀਂ ਕਿਸੇ ਨਾਲ ਜ਼ਿਆਦਾ ਹਾਂ, ਪਰ ਕਿਸੇ ਨਾਲ ਘੱਟ ਵੀ ਨਹੀਂ ਹੈਗੇ। ਇਹ ਸਾਡਾ ਸਟੇਟ ਆਫ ਮਾਈਂਡ ਹੈ। ਦੂਜੀ ਪੁਆਇੰਟ ਜਿਹੜੀ ਕਰੰਟ ਸਟੇਟ ਦੀ ਹੈ, ਇਹ ਗੱਲ ਆਉਂਦੀ ਹੈ ਸਾਡੇ ਵਿੱਚ ਕਦੀ ਕਦੀ ਮਨਾਂ ਦੇ ਵਿੱਚ ਕਿ ਦੁਨੀਆ ਦੇ ਵਿੱਚ ਦੇਸ਼ ਬਣਾਉਣਾ ਬਹੁਤ ਔਖਾ ਹੈ। ਪਰ ਇਹ ਜਿਹੜੀ ਗੱਲ ਆ, ਸਾਨੂੰ ਨਹੀਂ ਪਤਾ ਦੁਨੀਆ ਨੇ ਕਦੋਂ ਬਦਲਣਾ ਹੈ। ਦੁਨੀਆ ਦਾ ਜਿਹੜਾ ਚਿਹਰਾ ਆ ਬਹੁਤ ਵਾਰੀ ਬਦਲ ਚੁੱਕਿਆ ਹੈ ਪਿਛਲੇ 40 ਸਾਲਾਂ ਦੇ ਵਿੱਚ। 40 ਸਾਲ ਹੀ ਲੈ ਲਈਏ, 1984 ਤੋਂ ਲੈ ਕੇ ਹੁਣ ਤੱਕ 34 ਦੇਸ਼ ਜਿਹੜੇ ਦੁਨੀਆ 'ਚ ਬਣੇ ਆ। ਤਕਰੀਬਨ 195 ਦੇਸ਼ ਆ ਦੁਨੀਆ ਦੇ ਵਿੱਚ। ਇਹਦਾ ਮਤਲਬ 15 ਤੋਂ 20% ਜਿਹੜੀ ਦੁਨੀਆ ਦੀ ਧਰਤੀ ਅੱਜ ਨਾਵਾਂ ਨਾਲ ਵਸ ਰਹੀ ਹੈ, ਉਹ 40 ਸਾਲ ਪਹਿਲਾਂ ਨਹੀਂ ਵਸ ਰਹੀ ਸੀ। ਸੋਵੀਅਤ ਯੂਨੀਅਨ ਜਦੋਂ ਟੁੱਟਿਆ, 15-20 ਦੇਸ਼ ਉਹ ਚੋਂ ਨਿਕਲੇ, ਈਸਟਰਨ ਯੂਰਪ, ਅਫਰੀਕਾ ਦੇਸ਼ ਬਣੇ। ਕਈ ਲੜਕੇ ਬਣੇ, ਕਈ ਰੈਫਰੈਂਡਮਾਂ ਰਾਹੀਂ ਬਣੇ। ਜਦੋਂ ਅਸੀਂ ਇੰਡੀਆ ਨੂੰ ਤੋੜਨਾ ਆ, ਅਸੀਂ ਕਹਿ ਰਹੇ ਹਾਂ ਕਿ ਅਸੀਂ ਜਾਂ ਤਾਂ ਤੋੜੋਗੇ ਜਾਂ ਉਸ ਤੇ ਹਿੱਸੇਦਾਰ ਬਣੋਗੇ ਤੋੜਨ ਦੇ ਵਿੱਚ। ਜਦੋਂ ਅਸੀਂ ਇੰਡੀਆ ਨੂੰ ਤੋੜਨਾ ਆ, ਇੰਡੀਆ ਦੇ 15-20 ਦੇਸ਼ ਉਦੋਂ ਹੀ ਬਣ ਜਾਣੇ। ਇਹ ਕਹਿਣਾ ਕਿ ਉਹ ਨਹੀਂ ਹੋ ਸਕਦਾ, ਇਹ ਗੱਲ ਦਿਲ ਚੋਂ ਕੱਢ ਦਿਓ। ਹੋਊਗਾ। ਇਹ ਕੋਈ ਨਵੀਂ ਗੱਲ ਨਹੀਂ। ਦੁਨੀਆ ਉਹਦਾ ਚਿਹਰਾ ਬਦਲਦਾ ਰਹਿੰਦਾ ਹੈ। ਸਾਡੇ ਜੂਨ 1984 ਜਿਹੜੀ ਆ ਉਹ ਇੱਕ ਫਿਨਿਸ਼ ਜਿਹੜੀ ਗੱਲ ਆ, ਮੁਕੰਮਲ ਤਾਂ ਨਹੀਂ ਹੋਈ ਕਰਕੇ ਉਹਦੇ ਪਿੱਛੇ ਹਾਲੇ ਇੱਕ ਜਿਹੜੀ ਜਸਟਿਸ ਦੀ ਗੱਲ ਚੱਲਦੀ ਹੈ ਉਹ ਚੱਲ ਰਹੀ ਹੈ। ਤੇ ਜਸਟਿਸ ਖਾਲਿਸਤਾਨ ਨਹੀਂ ਹੈ।
ਤੁਸੀਂ ਕੋਈ ਵੀ ਹੋਰ ਚੀਜ਼ ਲਾ ਲਓ, ਤੁਹਾਡੇ ਜਿਹੜੇ ਮੋਰਚੇ ਲੱਗਦੇ ਆ, ਉਹ ਕੋਈ ਵੀ ਇੱਕ ਮੋਰਚਾ ਭਾਵੇਂ ਉਹ ਸਫਲਤਾ ਵੀ ਤੁਹਾਨੂੰ ਮਿਲ ਜਾਵੇ, ਤੁਸੀਂ ਸਹਿਮਤ ਨਹੀਂ ਹੋਣਾ, ਕਿਉਂਕਿ ਉਹ ਜਿਹੜੀ ਵਿਪਰਵਾਦੀ ਸਟੇਟ ਹੈ ਉਹਨੇ ਅੱਜ ਜਾਂ ਕੱਲ ਫੇਰ ਆ ਜਾਣਾ। ਜਿੰਨਾ ਚਿਰ ਤੁਸੀਂ ਆਪਣਾ ਦੇਸ਼ ਨਹੀਂ ਬਣਾਉਂਦੇ, ਉਸ ਦੇਸ਼ ਦੇ ਵਿੱਚ ਤੁਸੀਂ ਆਪਣਾ ਰਾਜ ਨਹੀਂ ਕਾਇਮ ਕਰਦੇ, ਆਪਣਾ ਮਾਡਲ ਨਹੀਂ ਸੈੱਟ ਕਰਦੇ, ਉਹਨਾਂ ਚਿਰ ਤੱਕ ਆਪਣੀ ਜਿਹੜੀ ਇੱਕ ਸੁਰੱਖਿਅਤਾ ਆ ਐਜ਼ ਅ ਕੌਮ, ਐਜ਼ ਅ ਪੰਥ, ਉਹ ਇਨ ਕੁਐਸਚਨ ਹੈ। ਸਾਨੂੰ ਜਿਹੜੀਆਂ ਬੋਲੀ ਦੇ ਮਸਲੇ, ਮਿਲਾਵਟਾਂ ਜਿਹੜੀਆਂ ਹੁੰਦੀਆਂ ਗੁਰਬਾਣੀ ਦੇ ਵਿੱਚ, ਇਹ ਸਾਰਾ ਕੁਝ ਜਿਹੜਾ ਆ ਬੰਦੇ ਕਹਿੰਦੇ ਕਿ ਇਹਨਾਂ ਨਾਲ ਪਹਿਲੋਂ ਡੀਲ ਕਰ ਲਓ, ਉਹਨਾਂ ਨੇ ਤੁਹਾਨੂੰ ਕਰ ਨਹੀਂ ਦੇਣਾ। ਇਹ ਪੈਟਰਨ ਤੁਸੀਂ ਦੇਖਿਆ ਆ ਕਿ ਪੈਰ ਪੈਰ ਤੇ ਉਹਨਾਂ ਨੇ ਤੁਹਾਨੂੰ ਕੋਈ ਨਵੀਂ ਚੀਜ਼ ਦੇ ਦੇਣੀ ਆ ਲੜਨ ਲਈ। ਸਾਡਾ ਜਿਹੜਾ ਮੂਵਮੈਂਟ ਹੈ ਪਿਛਲੇ ਸਾਲ ਦੇ ਵਿੱਚ ਐਕਸੈਲਰੇਟ ਹੋਇਆ ਹੈ, ਜਿਹੜੀ ਸਾਡੀ ਕਰੰਟ ਸਟੇਟ ਹੈ, ਪਰ ਜਿੱਦਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ, ਇਹ ਮੋਮੈਂਟਰੀ ਹੈ। ਅੱਜ ਉਹਨਾਂ ਦਾ ਇੰਟਰਸਟ ਸਾਡੇ ਨਾਲ ਇਹ ਨਹੀਂ ਕਿ ਉਹਨਾਂ ਨੇ ਸਿੱਖਾਂ ਦੇ ਕੋਈ ਤਰਸ ਰਹਿਮ ਕੀਤੀ ਹੈ, ਨਾ ਅਸੀਂ ਲੈਣੀ ਹੈ ਕਿਸੇ ਦੀ ਤਰਸ ਰਹਿਮ। ਅੱਜ ਕੀ ਹੋਇਆ ਆ ਕਿ ਦੋ ਜਿਹੜੇ ਕਹਿੰਦੇ ਕਿ ਧਿਰਾਂ ਆ, ਸਿੱਖ ਕੌਮ, ਸਿੱਖ ਪੰਥ ਇੱਕ ਧਿਰ ਆ, ਦੋ ਧਿਰਾਂ ਦੀ ਅਲਾਈਨਮੈਂਟ ਹੋ ਰਹੀ ਹੈ ਇੱਕ ਵਿਸ਼ੂ ਦੇ ਉੱਤੇ। ਅਮਰੀਕਾ ਨੇ ਇੰਡੀਆ ਦੇ ਗੋਡੇ ਟਿਕਾਉਣੇ ਆ, ਜੋ ਰਸ਼ੀਆ ਦੇ ਨਾਲ ਸੰਧੀਆਂ ਕਰ ਰਿਹਾ, ਤੇਲ ਖਰੀਦ ਰਿਹਾ, ਜੋ ਵੀ ਹੈ, ਡਾਕਟਰ ਸਾਹਿਬ ਨੇ ਗੱਲ ਕਰ ਦਿੱਤੀ ਹੋਏਗੀ, ਪਰ ਉਹਨਾਂ ਨੇ ਇੱਕ ਸਿਸਟਮ ਦੇ ਵਿੱਚ ਸਾਨੂੰ ਵਰਤਿਆ ਹੈ। ਹੁਣ ਸਾਡੇ ਤੇ ਹੈ ਕਿ ਅਸੀਂ ਜੋ ਲੈਣਾ ਕੀ ਹੈ, ਲੈਵਰੇਜ ਕੀ ਹੈ ਸਾਡੇ ਕੋਲ, ਅਸੀਂ ਪਾਉਣਾ ਕੀ ਹੈ ਇਸ ਮੂਵਮੈਂਟ ਦੇ ਵਿੱਚ, ਇਹ ਬਹੁਤ ਜ਼ਰੂਰੀ ਗੱਲ ਹੈ। ਅਸੀਂ ਇਮੀਡੀਏਟਲੀ ਕੀ ਕਰ ਸਕਦੇ ਹਾਂ ਇਸ ਕਰੰਟ ਸਟੇਟ ਦੇ ਵਿੱਚ। ਸਾਡੀ ਜਿਹੜੀ ਗੱਲ ਆ ਉਹ ਫੋਰਨ ਇੰਟਰਫੀਅਰੈਂਸ ਦੇ ਵਿੱਚ ਅਸੀਂ ਬਹੁਤ ਕੁਝ ਸੁਣ ਲਿਆ ਕਿ ਕੈਨੇਡਾ ਦੇ ਵਿੱਚ ਕੀ ਚੱਲ ਰਿਹਾ ਹੈ। ਫੋਰਨ ਇੰਟਰਫੀਅਰੈਂਸ ਜਿਹੜੀ ਆ ਉਹ ਸਿਰਫ ਇੱਥੇ ਤੱਕ ਨਹੀਂ, ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜੀ ਸਿੱਖਾਂ ਦੀ ਆ ਉਹ ਆਸਟ੍ਰੇਲੀਆ ਤੱਕ, ਹੁਣ ਤੁਸੀਂ ਦੇਖ ਲਿਆ ਕੱਲ ਅੱਜ ਦੀ ਨਿਊਜ਼ਾਂ ਦੇ ਵਿੱਚ, ਸਾਰੇ ਥਾਂ ਹੀ ਉਹ ਲੱਗੇ ਆ। ਜਿੱਥੇ ਵੀ ਕੋਈ ਆਵਾਜ਼ ਆ ਸਿੱਖਾਂ ਦੀ ਹੋਵੇ, ਕਸ਼ਮੀਰੀਆਂ ਦੀ ਹੋਵੇ, ਜਿੱਥੇ ਵੀ ਉਹਨੂੰ ਲੱਗਦਾ ਕਿ ਕੋਈ ਖਤਰਾ ਆ, ਜੇ ਇਹ ਬੰਦਿਆਂ ਨੂੰ ਸਾਡੇ ਸੰਘਰਸ਼ ਤੋਂ ਨਾ ਖਤਰਾ ਹੁੰਦਾ, ਜੇ ਇਹਨਾਂ ਨੂੰ ਖਾਲਿਸਤਾਨ ਤੋਂ ਕੋਈ ਖਤਰਾ ਨਾ ਹੁੰਦਾ, ਤੇ ਇੰਨੇ ਸਮੁੰਦਰ ਪਾਰ ਕਰਕੇ, ਇੰਨੇ ਦੇਸ਼ ਪਾਰ ਕਰਕੇ, ਸਰੀ ਦੀ ਧਰਤੀ ਤੇ ਆਣ ਕੇ ਗੁਰੂ ਨਾਨਕ ਸਿੰਘ ਗੁਰਦੁਆਰਾ ਪਹੁੰਚ ਕੇ ਉਹ ਕਿਉਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰ ਗਏ? ਇਹਦਾ ਮਤਲਬ ਸਾਡਾ ਜਿਹੜਾ ਸੰਘਰਸ਼ ਆ ਉਹ ਸਹੀ ਰਾਹ ਤੇ ਚੱਲ ਰਿਹਾ ਹੈ, ਖਤਰਾ ਬਣ ਗਿਆ ਸੀ ਫਿਰ ਮੁੜ ਕੇ ਉਹਨਾਂ ਲਈ। ਤੇ 10-15 ਸਾਲ ਪਹਿਲਾਂ ਅਸੀਂ ਇਹ ਗੱਲ ਨਹੀਂ ਕਰ ਸਕਦੇ ਸੀ। ਸੋ ਜਿਹੜੀ ਅਸੀਂ ਸਾਡੀ ਮੂਵਮੈਂਟ ਹੈ, ਅਸੀਂ ਐਨ ਪਰਫੈਕਟ ਨਹੀਂ ਹੈਗੇ, ਪਰ ਸਾਨੂੰ ਇਹ ਪਤਾ ਹੈ ਕਿ ਅਸੀਂ ਸਹੀ ਪਾਸੇ ਨੂੰ ਜਾ ਰਹੇ ਹਾਂ। ਹੋਰ ਇਕੱਤਰ ਹੋਵਾਂਗੇ, ਹੋਰ ਅਸੀਂ ਆਪਣੀਆਂ ਵੰਡੀਆਂ ਘਟਾਵਾਂਗੇ, ਹੋਰ ਅਸੀਂ ਸਿਰ ਜੋੜਾਂਗੇ, ਅਸੀਂ ਰਾਹ ਲੱਭਾਂਗੇ ਗੁਰੂ ਦੀ ਕਿਰਪਾ ਨਾਲ। ਅਖੀਰਲੀ ਗੱਲ ਜਿਹੜੀ ਹੈ, ਤੇ ਮੈਂ ਗੱਲ ਸੰਖੇਪ ਚ ਕਰ ਰਿਹਾ, ਮੈਂ ਕੱਟ ਕੇ ਅੱਗੇ ਕੀ ਕਰਨਾ। ਮੈਂ ਸਿੱਖ ਇਤਿਹਾਸ ਦੇ ਵਿੱਚੋਂ ਕੋਸ਼ਿਸ਼ ਕਰਦਾ ਹੁੰਦਾ ਤੇ ਕੁਛ ਨਾ ਕੁਛ ਕੱਢ ਕੇ ਪੇਸ਼ ਕਰਾਂ। ਮੈਨੂੰ ਸੰਤ ਜੀ ਦੀ ਇਹ ਗੱਲ ਬਹੁਤ ਵੱਡੀ ਲੱਗੀ ਜਦੋਂ ਉਹਨਾਂ ਨੂੰ ਇੱਕ ਪੱਤਰਕਾਰ ਨੇ ਇਹ ਗੱਲ ਪੁੱਛੀ ਕਿ ਕਿੱਥੇ ਤੱਕ ਤੁਸੀਂ ਜਾਣ ਲਈ ਤਿਆਰ ਆ ਹਰਕਤ ਲੈਣ ਲਈ, ਤੇ ਉਹਨੇ ਬੜੀ ਕਲੀਅਰਿਟੀ ਦੇ ਨਾਲ ਸੰਤ ਨੇ ਜਵਾਬ ਦੇ ਦਿੱਤਾ। ਉਹਨੇ ਪੁੱਛਿਆ ਕਿੱਥੇ ਤੱਕ ਜਾਣ ਲਈ ਤਿਆਰ ਆ ਤੁਸੀਂ ਹੱਕ ਲੈਣ ਲਈ, ਜਿੱਥੇ ਤੱਕ ਵੀ ਜਾਣਾ ਪਵੇ। ਬੋਲੇ ਸੋ ਨਿਹਾਲ। ਤੇ ਉਹ ਸੰਤ ਸੀ, ਪਹਿਲੋਂ ਸਿਪਾਹੀ ਬਾਦ ਸੀ। ਸੰਤ ਦੀ ਜਿਹੜੀ ਕਰਨੀ ਆ ਉਹਨਾਂ ਨੂੰ ਪਤਾ ਸੀ, ਗੁਰੂ ਦੇ ਆਸ਼ੇ ਦੇ ਵਿੱਚ ਰਹਿ ਕੇ, ਗੁਰੂ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਕਿਸੇ ਕੋਈ ਗਰੀਬ ਤੇ ਵਾਰ ਨਹੀਂ ਕਰਦੇ, ਕੋਈ ਬੀਬੀਆਂ ਦੇ ਨਾਲ ਜਾ ਕੇ ਅਸੀਂ ਕੋਈ ਕੁੱਟਮਾਰ ਨਹੀਂ ਕਰਦੇ, ਅਸੀਂ ਜਾ ਕੇ ਕੋਈ ਬੱਚੇ ਨੂੰ ਹੱਥ ਨਹੀਂ ਲਾਉਂਦੇ, ਕੋਈ ਬਜ਼ੁਰਗ ਨੂੰ ਹੱਥ ਨਹੀਂ ਲਾਉਂਦੇ। ਸਾਡੀ ਆਪ ਦੀ ਆਈਡੈਂਟੀਟੀ, ਪਛਾਣ ਤੇ ਨਜ਼ਰੀਆ ਆ ਕਿ ਅਸੀਂ ਜਦੋਂ ਇੰਗੇਜਮੈਂਟ ਵੀ ਕਰਨੀ ਆ ਕਿਸੇ ਤਰ੍ਹਾਂ ਦੀ, ਉੱਥੇ ਵੀ ਸਾਡੇ ਤੇ ਰੂਲਸ ਤੇ ਰੈਗੂਲੇਸ਼ਨ ਸਾਡੇ ਗੁਰੂ ਸਾਹਿਬ ਨੇ ਲਾਏ ਆ। ਹੁਣ ਗਲਤੀ ਜਿਹੜੀ ਆ ਇੰਨੀ ਗਲਤੀ ਹੋ ਸਕਦੀ ਹੈ ਕਿ ਮੇਰੇ ਵਰਗਾ ਜਿਹੜਾ ਮਨੁੱਖ ਆ, ਮੇਰੇ ਤੋਂ ਕੋਈ ਗਲਤੀ ਹੋ ਸਕਦੀ ਹੈ। ਜਿਹੜੀ ਫਿਲਾਸਫੀ ਹੈ ਸਿੱਖਾਂ ਦੀ ਉਹ ਬੜੀ ਕਲੀਅਰ ਹੈ ਕਿ ਸਾਡੇ ਰੂਲਸ ਆਫ ਇੰਗੇਜਮੈਂਟ ਕੀ ਹੈ। ਅਸੀਂ ਗਰੀਬ ਦੀ ਰੱਖਿਆ, ਜਰਵਾਣੇ ਦੀ ਪੱਖਿਆ ਕਰਦੇ ਹਾਂ। ਸੋ ਉਸ ਦਾਇਰੇ ਦੇ ਵਿੱਚ ਜਦੋਂ ਸੰਤ ਕਹਿ ਰਹੇ ਆ ਕਿ ਅਸੀਂ ਜਿੱਥੇ ਤੱਕ ਵੀ ਜਾਣਾ ਪਏ, ਉਹਦਾ ਮਤਲਬ ਇਹ ਹੈ ਕਿ ਅਸੀਂ, ਜਦੋਂ ਸਵਾਲ ਆਉਂਦਾ ਹੈ ਕਿ ਅਸੀਂ ਕੀ ਕਰੀਏ, ਉਹ ਕਲੀਅਰਿਟੀ ਦੇ ਸਵਾਲ ਇਹੀ ਹੈ ਕਿ ਸਾਨੂੰ ਜਿੱਥੇ ਤੱਕ ਵੀ ਜਾਣਾ ਪਏ, ਹਰੇਕ ਖਿੱਤੇ ਦੇ ਵਿੱਚ ਸਾਨੂੰ ਪੈਰ ਪਾਉਣੇ ਪੈਣੇ ਆ। ਕੋਈ ਵੀ ਵੈਕਿਊਮ ਤੁਸੀਂ ਖਾਲੀ ਛੱਡੋਗੇ, ਉਹਦੇ ਵਿੱਚ ਸਾਡਾ ਜਿਹੜਾ ਹੈ ਨੁਕਸਾਨ ਹੋਊਗਾ। ਇਹਦੇ ਲਈ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਮੈਂ ਪਹਿਲਾਂ ਵੀ ਗਿਣੀਆਂ ਸੀਗੀਆਂ, ਹੁਣ ਨਹੀਂ ਗਿਣਦਾ, ਸਾਰੇ ਸਤਿਕਾਰਯੋਗ ਨੇ, ਸਾਰੇ ਆਪਣੇ ਆਪਣੇ ਥਾਂ ਤੇ ਖਾਲਿਸਤਾਨ ਦੀ ਗੱਲ ਕਰਨੇ, ਤੇ ਸਾਰੇ ਕੋਸ਼ਿਸ਼ ਦੇ ਵਿੱਚ ਲੱਗੇ ਆ। ਤੇ ਸਾਰਿਆਂ ਨੂੰ ਜੇ ਕੋਈ ਗਲਤ ਗੱਲ ਲੱਗਦੀ ਵੀ ਆ, ਕਿਸੇ ਬੰਦ ਕਮਰਿਆਂ ਦੇ ਵਿੱਚ ਅਸੀਂ ਗੱਲ ਕਰ ਸਕਦੇ ਹਾਂ। ਓਪਨਲੀ, ਪਬਲਿਕਲੀ ਇੱਕ ਦੂਜੇ ਨੂੰ ਚੈਲੰਜ ਕਰਨਾ ਸਾਡਾ ਹੀ ਨੁਕਸਾਨ ਹੋ ਰਿਹਾ ਹੈ। ਇਹ ਗੱਲ ਮੈਂ ਜ਼ਰੂਰ ਇੱਥੇ ਕਰਨਾ ਚਾਹੁੰਦਾ ਸੀ।
ਸਾਡੇ ਲਈ ਵੀ ਜੇ ਕਰਨਾ ਕੀ ਹੈ, ਮੈਂ ਥੋੜੀ ਜਿਹੀ ਪ੍ਰੈਕਟੀਕਲ ਗੱਲਾਂ ਜਿਹੜੀਆਂ ਲਿਸਟ ਕਰਕੇ ਮੈਂ ਇੱਥੇ ਖਿਮਾ ਦਾ ਜਾ ਚੁੱਕਿਆ। ਦੋ ਗੱਲਾਂ ਜਿਹੜੀਆਂ ਵੱਡੀਆਂ ਅੱਜ ਸਾਡੇ ਸਾਹਮਣੇ ਆ ਉਹ ਕਰਨੀਆਂ ਪੈਣੀਆਂ। ਪਹਿਲੀ ਗੱਲ ਹੈ ਰੈਫਰੈਂਡਮ ਦੀ। ਰੈਫਰੈਂਡਮ ਦੀ ਮੈਂ ਗੱਲ ਕੀਤੀ ਸੀਗੀ ਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਸ਼ੁਰੂਆਤ ਜਿਹੜੀ ਉਸ ਰੈਫਰੈਂਡਮ ਦੀ ਹੋਈ ਨੇ, ਨੈਰੇਟਿਵ ਜਿਹੜੇ ਆ ਦੋ ਭੰਗ ਕੀਤੇ ਗਏ ਆ ਪਿਛਲੇ 10-12 ਸਾਲਾਂ ਦੇ ਵਿੱਚ। ਪਹਿਲਾ ਨੈਰੇਟਿਵ ਇਹ ਭੰਗ ਕੀਤਾ ਗਿਆ ਇਹ ਦੰਗੇ ਸੀਗੇ ਜਾਂ ਜੈਨੋਸਾਈਡ ਸੀ, ਤੇ ਜੈਨੋਸਾਈਡ ਟਰਮ ਜਿਹੜਾ ਵੀ ਆ ਹਲੇ ਮੈਨੂੰ ਚੇਤਾ ਆਇਆ 2007-8 ਦੇ ਵਿੱਚ ਪਟੀਸ਼ਨਾਂ ਸਾਈਨ ਹੋ ਰਹੀਆਂ ਸੀ ਸਿਕਸ ਫॉर ਜਸਟਿਸ ਵੱਲੋਂ ਕਿ ਇਹਨੂੰ ਜੈਨੋਸਾਈਡ ਵੱਲ ਨੂੰ ਲੈ ਕੇ ਜਾਓ। ਸਾਡਾ ਜਿਹੜੀ ਸਾਰੀ ਗੱਲ ਬਦਲ ਜਾਂਦੀ ਹੈ, ਤੇ ਉਹਨਾਂ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਉਹ ਜਿਹੜੀ ਗੱਲ ਹੈ ਗਾਂਹ ਤੋਰੀ। ਜਿਹੜੀ ਵੱਡੀ ਉਹ ਤੋਂ ਵੀ ਵੱਡੀ ਗੱਲ ਜਿਹੜੀ ਹੋਈ ਲਗਾਤਾਰ 40 ਸਾਲਾਂ ਲਈ 35 ਸਾਲਾਂ ਲਈ ਇਹ ਜਿਹੜੀ ਗੱਲ ਚੱਲਦੀ ਸੀਗੀ ਇੰਡੀਅਨ ਸਟੇਟ ਵੱਲੋਂ ਕਿ ਮੁੱਠੀ ਪਰ ਲੋਕ ਜਿਹੜੇ ਬਾਹਰ ਬੈਠੇ ਆ ਖਾਲਿਸਤਾਨ ਮੰਗਦੇ ਆ। ਸਾਰੇ ਜਥੇਬੰਦੀਆਂ ਨੇ ਕੋਸ਼ਿਸ਼ ਕੀਤੀਆਂ, ਗੁਰਦੁਆਰੇ ਸਾਹਿਬਾਨਾਂ ਨੇ ਸਾਰਾ ਕੁਝ ਕੀਤਾ, ਤੇ ਇਹ ਗੱਲ ਵੀ ਗਲਤ ਹੈ ਕਿ ਕਿਸੇ ਅਸੀਂ ਇਸ ਗੱਲ ਦੇ ਵਿੱਚ ਅਸੀਂ ਆਪ ਆਪਣੇ ਆਪ ਨੂੰ ਗੁਨਹਗਾਰ ਠਹਿਰਾਉਂਦੇ ਆ ਕਿ ਅਸੀਂ ਆਪਣੀ ਗੱਲ ਕਿਸੇ ਨੂੰ ਦੱਸੀ ਨਹੀਂ। ਇਹ ਗੱਲ ਝੂਠ ਹੈ। ਸਿੱਖਾਂ ਨੇ ਆਪਣੀ ਗੱਲ ਦੁਨੀਆ ਭਰ ਦੇ ਵਿੱਚ 1984 ਤੋਂ ਲੈ ਕੇ ਹੁਣ ਤੱਕ ਪੇਸ਼ ਕੀਤੀ। ਸਿਰਫ ਇਹ ਗੱਲ ਹੋਈ ਹੈ ਕਿ ਕੋਈ ਸੁਣਨ ਲਈ ਰਾਜੀ ਨਹੀਂ ਸੀਗਾ। ਪਤਾ ਉਹਨਾਂ ਨੂੰ ਵੀ ਸਾਰਾ ਕੁਝ ਹੈ ਸਿੱਖਾਂ ਦੇ ਨਾਲ ਕੀ ਹੋ ਰਿਹਾ ਹੈ। ਤੇ ਉਹੀ ਗੱਲ ਜਿਹੜੀ ਭਾਈ ਹਰਿੰਦਰ ਸਿੰਘ ਨੇ ਡਾਕਟਰ ਸਾਹਿਬ ਨੇ ਕੀਤੀ ਹੈ ਕਿ ਜਿੰਨਾ ਚਿਰ ਉਹਨਾਂ ਦੇ ਇੰਟਰਸਟ ਨਹੀਂ ਡਿਮਾਂਡ ਕਰਦੇ ਉਹਨਾਂ ਨੇ ਸਾਡਾ ਕੁਝ ਨਹੀਂ ਕਰਨਾ। ਹੁਣ ਇੰਟਰਸਟ ਅਲਾਈਨ ਹੋਏਗਾ। ਪਰ ਇਹ ਗੱਲ ਆਪਣੇ ਸਿਰਾਂ ਤੇ ਲੈ ਲੈਣੀ ਕਿ ਅਸੀਂ ਨਹੀਂ ਕੁਝ ਕੀਤਾ, ਕੌਮ ਨੇ ਬਹੁਤ ਕੁਝ ਕੀਤਾ। ਨੌਜਵਾਨੀਆਂ ਅਸੀਂ ਆਵਾਜ਼ ਦਿੱਤੀਆਂ, ਡਾਕੂਮੈਂਟਸ ਲਿਖੇ ਗਏ, ਪੇਪਰ ਲਿਖੇ ਗਏ, ਸਪੀਚਾਂ ਦਿੱਤੀਆਂ ਗਈਆਂ, ਕੈਂਪ ਲਾਏ ਗਏ। ਤੁਸੀਂ ਹਰੇਕ ਚੀਜ਼ ਜਿਹੜੀ ਹੈ ਮੀਡੀਆ ਅਟੈਂਸ਼ਨ ਜੋ ਵੀ ਹੈ, ਸਾਨੂੰ ਕੋਈ ਸੁਣ ਕੇ ਰਾਜੀ ਨਹੀਂ ਸੀ ਉਸ ਸਮੇਂ ਦੇ ਵਿੱਚ। ਤੇ ਜੋ ਅੱਜ ਦੇ ਸਮੇਂ 'ਚ ਹੋ ਰਿਹਾ ਹੈ, ਜੇ ਇਹ ਰੈਫਰੈਂਡਮਸ ਦੀਆਂ ਲਾਈਨਾਂ ਲੱਗ ਗਈਆਂ ਉੱਥੇ ਇਹ ਨੈਰੇਟਿਵ ਇਮੀਡੀਏਟਲੀ ਭੰਗ ਹੋ ਗਿਆ ਕਿ ਇਹ ਮੁੱਠੀ ਭਰ ਲੋਕ ਹੈ। ਜਿੱਥੇ ਕ੍ਰੈਡਿਟ ਜਿਹੜੀ ਆਪਾਂ ਨੂੰ ਦੇਣੀ ਚਾਹੀਦੀ ਹੈ ਪਬਲਿਕ ਸਪੀਅਰਸ ਦੇ ਵਿੱਚ ਉਹ ਦਈਏ ਕਿ ਜਿਹੜੇ ਲੱਗੇ ਆ ਉਹ ਕੰਮ ਲਈ ਉਹਨਾਂ ਨੇ ਸਾਡੇ ਲਈ ਇੱਕ ਬਹੁਤ ਵੱਡੀ ਗੱਲ ਚੱਲਿਆ। ਸਾਡੇ ਅੱਗੇ ਬੋਲਦਾ ਹੀ ਇਸ ਬਦੌਲਤ ਹੈਗਾ। ਹੁਣ ਦੱਸੋ ਕਿਹੜੇ ਮੁੱਠੀ ਭਰਾਂ ਦੀ ਲੋਕ ਤੁਸੀਂ ਗੱਲ ਕਰ ਰਹੇ ਹੋ, ਜਦੋਂ ਲੱਖਾਂ ਹੀ ਬੰਦਾ ਜਿਹੜਾ ਆ ਉਹ ਉੱਥੇ ਲਾਈਨ ਅਪ ਕਰ ਰਿਹਾ ਹੈ ਸਤੰਬਰ ਦੇ ਵਿੱਚ ਤੇ ਅਕਤੂਬਰ ਦੇ ਵਿੱਚ ਉਸੇ ਹੀ ਸਥਾਨ ਤੇ ਜਿਹੜੇ 2 ਮਹੀਨੇ ਪਹਿਲਾਂ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਹੁੰਦੀ ਹੈ। 2 ਲੱਖ ਤੋਂ ਵੱਧ ਬੰਦਾ ਉੱਥੇ ਆਣ ਕੇ ਵੋਟ ਪਾ ਜਾਂਦਾ ਹੈ। ਅਸੀਂ ਨਹੀਂ ਡਰੇ, ਸਾਡੀ ਕੌਮ ਨਹੀਂ ਡਰੀ। ਸਾਡੇ ਐਕਚੁਅਲੀ ਸਿੱਖ ਜਿਹੜੇ ਆ ਹੋਰ ਗੈਲਵਨਾਈਜ਼ ਹੋ ਗਏ। ਇਹ ਸਾਡੇ ਲਈ ਇੱਕ ਬਹੁਤ ਵੱਡੀ ਇੱਕ ਸ਼ੋਅ ਸੀ ਦੁਨੀਆ ਦੇ ਲਈ। ਜੇ ਉਦੋਂ ਸਿੱਖ ਨਾ ਪਾਰਟਿਸਿਪੇਟ ਕਰਦੇ ਵੀ ਅਸੀਂ ਡਰ ਗਏ ਸੀ, ਇਹ ਦੁਨੀਆ ਦੇ ਮੋਹਰੇ ਇੱਕ ਹੋਰ ਸਟੋਰੀ ਪੇਸ਼ ਹੋ ਜਾਣੀ ਸੀ। ਇਹ ਬਹੁਤ ਵੱਡੀ ਗੱਲ ਹੈ। ਦੂਜੀ ਗੱਲ ਜਿਹੜੀ ਉਹ ਇਲੈਕਸ਼ਨਾਂ ਦੀ ਹੈ ਕਿ ਅਸੀਂ ਬਹੁਤ ਛੇਤੀ ਜਿਹੜੇ ਆ ਬੰਦੇ ਨੂੰ ਹਾਥੀ ਤੇ ਚੜਾ ਦਿੰਦੇ ਆ, ਓਨੀ ਛੇਤੀ ਅਸੀਂ ਉਹਨੂੰ ਧਰਤੀ 'ਚ ਦਬ ਦਿੰਦੇ ਆ। ਕਿ ਥੋੜਾ ਜਿਹਾ ਟੋਲਰੈਂਸ ਤੇ ਪੇਸ਼ੈਂਸ ਸਾਨੂੰ ਚਾਹੀਦਾ ਹੈ। ਜੇ ਕੋਈ ਬੰਦਾ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਆਉਂਦਾ ਹੈ ਉਹਨੂੰ ਅਸੀਂ ਮੌਕਾ ਤਾਂ ਦਈਏ ਕਿ ਕੀ ਕਰਨਾ ਚਾਹੁੰਦਾ ਹੈ। ਮਾਨ ਸਾਹਿਬ ਜਿਹੜੇ ਨੇ ਤੇ ਭਾਈ ਅਮਰਪਾਲ ਸਿੰਘ ਹੈ, ਮੈਂ ਦੋਨਾਂ ਦੀ ਗੱਲ ਕਰਨੀ, ਹੋਰ ਮੈਂ ਕਿਸੇ ਦੀ ਨਹੀਂ ਗੱਲ ਕਰਨੀ। ਦੋਨੇ ਹੀ ਬੜੇ ਕਲੀਅਰ ਹੈ ਇਸ ਗੱਲ ਤੇ ਕਿ ਉਹਨਾਂ ਨੂੰ ਪਤਾ ਹੈ ਕਿ ਇਸ ਸਿਸਟਮ ਦੇ ਵਿੱਚ ਕੁਝ ਨਹੀਂ ਹੋਣਾ। ਅਸੀਂ ਰਾਜ ਇਸ 13 ਸੀਟਾਂ ਦੇ ਨਾਲ ਸੈਂਟਰ 'ਚ 545 ਹੈ, ਸਾਨੂੰ ਕੁਝ ਨਹੀਂ ਹੋਣਾ ਇੱਥੇ। ਉਹ ਵੀ ਪਤਾ ਹੈ ਕਿ ਤੁਸੀਂ ਸੂਬਾ ਵੀ ਲੈ ਜਾਓ, ਸੂਬੇ ਦੇ ਵਿੱਚ ਵੀ ਤੁਹਾਡੇ ਕੋਲ ਕੁਝ ਹੋਣਾ। ਉਹਨੇ ਰਾਸ਼ਟਰਪਤੀ ਰਾਜ ਲਾ ਦੇਣਾ ਜੋ 80s ਤੇ 90s ਕਰਦੇ ਰਹੇ ਆ। ਤੁਸੀਂ ਸਾਰੇ ਇਸ ਗੱਲ ਤੋਂ ਵਾਕਿਫ ਹੈ। ਤੇ ਫਾਇਦਾ ਕੀ ਹੋਇਆ ਸਾਨੂੰ? ਫਾਇਦਾ ਇਹ ਹੈ ਕਿ ਤੁਹਾਨੂੰ ਸਾਹ ਲੈਣ ਦਾ ਮੌਕਾ ਮਿਲਦਾ। ਬਲਾਕ ਕੁਬੈਕਵਾ ਕੈਨੇਡਾ ਦੇ ਵਿੱਚ ਹੈ, ਤੁਸੀਂ ਸਾਰੇ ਕੈਨੇਡਾ ਦੇ ਨਾਗਰਿਕ ਹੋਵੋਗੇ। ਬਲਾਕ ਕੁਬੈਕਵਾ ਜਿਹੜਾ ਹੈ ਕੈਨੇਡਾ ਦੇ ਵਿੱਚ ਹੈ। ਫੈਡਰਲਿਜ਼ਮ ਦੇ ਵਿੱਚ ਉਹਨਾਂ ਨੇ ਹਿੱਸਾ ਪਾ ਲਿਆ ਇਲੈਕਸ਼ਨ ਪੋਲਿਟਿਕਸ ਦੇ ਵਿੱਚ। ਕਿਉਂ? ਕਿਉਂਕਿ ਜਦੋਂ ਉਹਨਾਂ ਦੀ ਪਿਛਲੀ ਰੈਫਰੈਂਡਮ ਹੋਈ ਸੀ ਉਹ 1% ਤੇ ਹਾਰੇ। ਜਿਹੜੇ ਇੱਥੇ ਬੈਠੇ ਆ 95 ਦੇ ਵਿੱਚ ਉਹਨਾਂ ਦੀ ਬਾਈਂਡਿੰਗ ਰੈਫਰੈਂਡਮ ਹੋਈ ਸੀ ਕੈਨੇਡਾ ਦੇ ਵਿੱਚ। ਉਦੋਂ ਉਹਨਾਂ ਦੇ ਦਿਮਾਗ 'ਚ ਇਹ ਗੱਲ ਆਈ ਕਿ ਸਾਡਾ ਪੱਠਾ ਹੀ ਬਿਠਾਇਆ ਜਿਹੜੀ ਪੋਲਿਟਿਕਸ ਨੇ, ਕਿ ਉਹਨਾਂ ਨੇ ਸਾਡੀ ਗੱਲ ਜਿਹੜੀ ਹੈ ਸ਼ਟ ਡਾਊਨ ਕੀਤੀ। ਮੀਡੀਆ ਦੇ ਨਾਲ ਉਹਦਾ ਰਾਹ ਨਹੀਂ ਬਣਿਆ। ਹੁਣ ਜਦੋਂ ਤੁਸੀਂ ਦੇਖੋ ਕੁਬੈਕ 78 ਸੀਟਾਂ ਆ ਕੁਬੈਕ ਦੀਆਂ 331 ਦੇ ਵਿੱਚੋਂ, ਤੇ 78 ਦੇ ਵਿੱਚੋਂ 40-50 ਲੈ ਜਾਂਦੇ ਆ। ਪਰ ਉਹਨਾਂ ਨੇ ਜਾ ਕੇ ਕੁਬੈਕ ਦੀ ਹੀ ਗੱਲ ਕਰਨੀ ਆ, ਸੋਵਰਨਟੀ ਦੀ ਹੀ ਗੱਲ ਕਰਨੀ ਆ। ਉਹਨੇ ਹੋਰ ਕੋਈ ਮਸਲਾ ਕੈਨੇਡਾ ਦਾ ਜੋ ਮਰਜ਼ੀ ਹੋਈ ਜਾਵੇ ਉਹਨਾਂ ਨੂੰ ਕੋਈ ਪਰਵਾਹ ਨਹੀਂ। ਉਹਨਾਂ ਨੂੰ ਇਹ ਆ ਕਿ ਜੇ ਅਸੀਂ ਨਹੀਂ ਇਹ ਥਾਂ ਮੰਨਦੇ, ਜੇ ਬਾਹਰਲਾ ਆਣ ਕੇ ਮੰਨ ਦਿੰਦਾ ਸਾਡਾ ਤਾਂ ਰੈਫਰੈਂਡਮ ਹੀ ਨਹੀਂ ਇਹਨਾਂ ਨੇ ਹੋਣ ਦੇਣਾ। ਇਹ ਪੋਲਿਟਿਕਸ ਹੈ। ਅਸੀਂ ਨਹੀਂ ਕਹਿ ਰਹੇ ਕਿ ਸਹੀ ਹੈ ਜਾਂ ਗਲਤ ਹੈ, ਪਰ ਅਸੀਂ ਆਪਣੇ ਬੰਦਿਆਂ ਨੂੰ ਸਮਝੀਏ। ਜੇ ਉਹ ਬੰਦਾ ਵਿੱਚ ਪੋਲਿਟਿਕਸ ਤੇ ਆਣ ਕੇ ਕੁਝ ਗਲਤ ਕਰਦਾ ਫਿਰ ਫੜ ਲਿਓ। ਤਾਂ ਪਹਿਲੋਂ ਹੀ ਬੰਦੇ ਨੂੰ ਧਰਤੀ 'ਚ ਦੱਬੀ ਜਾਣਾ, ਇਹ ਗੱਲਾਂ ਸਾਡੇ ਲਈ ਜਿਹੜੀਆਂ ਉਹ ਠੀਕ ਨਹੀਂ ਹੈਗੀਆਂ। ਸਾਡੀ ਪੋਲਿਟਿਕਸ ਹੋਰ ਹੋ ਸਕਦੀ ਹੈ, ਪਰ ਸਾਨੂੰ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਸਾਡੇ ਕੋਲ ਓਪਰਚੁਨਿਟੀਜ਼ ਹੈਗੀਆਂ। ਵੈਕਿਊਮਸ ਅਸੀਂ ਛੱਡੀਆਂ। ਜਾਂ ਤਾਂ ਰਵਨੀਤ ਬਿੱਟੂ ਵਰਗਾ ਉੱਥੇ ਬੈਠੂਗਾ ਜਾਂ ਉੱਥੇ ਅਮਰਤਪਾਲ ਬਹਿ ਸਕਦਾ। ਹੁਣ ਤੁਸੀਂ ਆਪ ਹੀ ਦੱਸ ਦਿਓ ਅਸੀਂ ਕਿਹਨੂੰ ਬਿਠਾਉਣਾ ਉੱਥੇ? ਕਿਸੇ ਨੇ ਤਾਂ ਬਹਿਣਾ ਹੀ ਹੈ, ਕਿਸੇ ਨੇ ਤੇ ਆਣ ਕੇ ਸਾਡੇ ਸਿਰ ਤੇ ਡੰਡਾ ਚਾੜਨਾ ਹੀ ਹੈ।
ਉਦੋਂ ਇਹ ਨਹੀਂ ਚੰਗਾ ਹੈਗਾ ਕਿ ਜਿਹਨੂੰ ਅਸੀਂ 6 ਮਹੀਨੇ 8 ਮਹੀਨੇ 5 ਸਾਲ ਦੇ ਐਲੀਸ ਦੇਖਿਆ ਆ, ਪੰਥਕ ਤਾਂ ਬੰਦਾ ਹੈਗਾ ਹੈ, ਉਹਨੂੰ ਚਾਂਸ ਤਾਂ ਦਈਏ। ਇਹ ਜਿਹੜੀਆਂ ਗੱਲਾਂ ਆ ਇਹ ਅੰਦਰ ਖਾਤੀ ਹੋਣ ਵਾਲੀਆਂ, ਪਬਲਿਕ ਸਫੀਅਰ ਦੇ ਵਿੱਚ ਇੱਕ ਦੂਜੇ ਤੇ ਅਸੀਂ ਗੱਲਾਂ ਕਰਦੇ ਹਾਂ, ਉਹ ਗੱਲ ਨਹੀਂ ਜੀ। ਮੈਂ ਇਹੀ ਗੱਲ ਜਿਹੜਾ ਪੁਆਇੰਟ ਇੱਥੇ ਮੇਕ ਕਰਨਾ ਚਾਹੁੰਦਾ ਸੀ। ਸੋ ਜਿਹੜੀ ਇੰਟਰਨਲ ਨਿਸ਼ਾਨਾ ਸਾਡਾ ਆ, ਉਹ ਪਾਤਸ਼ਾਹੀ ਤੇ ਰਾਜ ਤੇ ਖਾਲਿਸਤਾਨ ਤੋਂ ਥੱਲੇ ਕੁਛ ਨਹੀਂ ਹੋ ਸਕਦਾ। ਇਹ ਗੱਲ ਜਿਹੜੀ ਆ ਇੱਕ ਕਲੈਰਿਟੀ ਦੀ ਸੰਤ ਜੀ ਦੀ ਨਹੀਂ ਰੱਖਣ ਵਾਲੀ ਗੱਲ ਹੈ, ਤੇ ਹਰੇਕ ਘੱਲੂਘਾਰੇ ਤੋਂ ਬਾਅਦ ਜਿਹੜਾ ਉਹ ਰਾਜ ਦੀ ਗੱਲ ਹੀ ਹੋਈ ਹੈ, ਉਹ ਕੁਛ ਨਹੀਂ ਹੋਇਆ। ਸੋ ਅਸੀਂ ਇਸ ਗੱਲ ਨੂੰ ਪੱਲੇ ਬੰਨ੍ਹ ਲਈਏ ਕਿ ਇਸ ਤੋਂ ਥੱਲੇ ਅਸੀਂ ਕੁਛ ਵੀ ਨਹੀਂ ਲੈਣਾ। ਇਹ ਜਿਹੜੀਆਂ ਚੀਜ਼ਾਂ ਆ ਗੁਰਦੁਆਰਿਆਂ ਦੇ ਵਿੱਚ, ਕੈਂਪਾਂ ਦੇ ਵਿੱਚ, ਜਥੇਬੰਦੀਆਂ ਦੇ ਵਿੱਚ ਮੁੜ ਕੇ ਲਿਆਉਣ ਦੀ ਲੋੜ ਹੈ। ਜਿਹੜੀਆਂ ਸਾਡੀਆਂ ਜਥੇਬੰਦੀਆਂ ਆ, ਜਿਹੜੀ ਖਾਲਿਸਤਾਨ ਦੀਆਂ ਮੁੱਢਲੀਆਂ ਜਥੇਬੰਦੀਆਂ, ਟਕਸਾਲ ਸੀ, ਜਥਾ ਸੀ, ਦਲਾਂ ਸੀ, ਉਹਨਾਂ ਦੇ ਵਿੱਚ ਇਹ ਗੱਲਾਂ ਜਿਹੜੀਆਂ ਮੁੜ ਕੇ ਲੈ ਕੇ ਆਉਣੀਆਂ ਪੈਣੀਆਂ, ਉਹਨਾਂ ਨੂੰ ਪਰੇ ਨਹੀਂ ਕਰਨਾ। ਅਸੀਂ ਉਸ ਕੰਮ ਦੇ ਵਿੱਚ ਲੱਗੇ ਆ ਕਿ ਜਿਹੜੇ ਵੀ ਲੱਗੇ ਆ ਉਹ ਵੀ ਸ਼ਾਬਾਸ਼ ਹੈ ਉਹਨਾਂ ਨੂੰ, ਕਰਕੇ ਇਹ ਅੱਤ ਜ਼ਰੂਰੀ ਹੈ ਕਿ ਉਹ ਜਿਹੜੀਆਂ ਸੰਪਰਦਾਵਾਂ ਨੇ, ਅਕਾਲ ਤਖਤ ਸਾਹਿਬ ਨੇ ਜਾਂ ਸ਼੍ਰੋਮਣੀ ਕਮੇਟੀ ਵੀ ਹੈ, ਕਿਤੇ ਨਾ ਕਿਤੇ ਸਾਨੂੰ ਰਾਹ ਬਣਾਉਣ ਦੀ ਲੋੜ ਹੈ। ਪਰ ਐਟ ਦ ਸੇਮ ਟਾਈਮ ਖਾਲਿਸਤਾਨ ਦੀ ਜਿਹੜੀ ਗੱਲ ਹੈ ਉਹ ਤੋਂ ਥੱਲੇ ਕੁਛ ਨਹੀਂ। ਇਹ ਜਿਹੜੀ ਗੱਲ ਹੈ ਕਿ ਐਵਰੀ ਸਪੇਸ ਜਿਹੜਾ ਹੈ, ਜਦੋਂ ਉੱਥੇ ਕੋਈ ਨਾ ਕੋਈ ਬੰਦਾ ਆ ਜਾਂਦਾ ਹੈ, ਉਹ ਸਾਡੇ ਲਈ ਇੱਕ ਥਾਂ ਬਣ ਜਾਂਦਾ ਹੈ। ਤੇ ਬਹੁਤ ਛੇਤੀ ਦੇ ਵਿੱਚ ਜਿਹੜੀ ਐਕਸਟਰਨਲ ਫੋਕਸ ਦੀ ਲੋੜ ਹੈ ਸਾਨੂੰ। ਕੈਨੇਡਾ ਦੇ ਵਿੱਚ ਸਾਡੇ ਕੋਲ ਲੌਬੀ ਨੈਟਵਰਕ ਹੈ। ਅਸੀਂ ਜੋ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਪੀਸਮੇਲ ਕਰ ਰਹੇ ਹਾਂ। ਸਾਡੇ ਕੋਈ ਬੰਦੇ ਜਿਹੜੇ ਉਹ ਆਟਵਾ 'ਚ ਨਹੀਂ ਬਹਿੰਦੇ। ਆਟਵਾ ਦੇ ਵਿੱਚ ਜਿਹੜੇ ਇੰਡੀਅਨ ਨੈਰੇਟਿਵ ਜਿਹੜੀ ਉਹ ਬ੍ਰਾਹਮਣਵਾਦੀ ਸਟੇਟ ਆ, ਉਹਨਾਂ ਨੇ ਐਮਪੀਜ਼ ਦੇ ਆਫਿਸਿਸ ਤੋਂ ਲਾ ਕੇ ਪਾਰਟੀਆਂ ਦੀ ਬਿਊਰੋਕ੍ਰੇਸੀ ਤੱਕ ਉਹਨੇ ਬੰਦੇ ਬਿਠਾਏ ਆ। ਸਾਨੂੰ ਪਤਾ ਲੱਗਦਾ ਬਾਅਦ ਦੇ ਵਿੱਚ ਕਿ ਸਾਡਾ ਰੌਲਾ ਪੈਂਦਾ ਹੈ ਕਿ ਕੀ ਹੋ ਗਿਆ। ਉਹਦਾ ਕਾਰਨ ਹੀ ਮੁੱਢਲਾ ਇਹ ਹੈ ਕਿ ਅਸੀਂ ਉੱਥੇ ਕੋਈ ਬੰਦੇ ਨਹੀਂ ਬਿਠਾਏ। ਸਾਨੂੰ ਇੱਕ ਐਮਪਲੋਇਡ ਬੇਸ ਪੋਲੀਟੀਕਲ ਲੌਬੀ ਦੀ ਲੋੜ ਹੈ, ਜਿੱਤੇ ਹੁਣ ਕੰਮ ਹੋ ਰਿਹਾ ਹੈ ਕਿ ਉਹ ਬੰਦੇ ਜਿਹੜੇ ਆ ਇੰਡੀਅਨ ਨੈਰੇਟਿਵ ਨੂੰ ਕਾਊਂਟਰ ਕਰਨ ਲਈ ਤੇ ਸਿੱਖ ਨੈਰੇਟਿਵ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨ ਲਈ ਜਦੋਂ ਵੀ ਪਾਰਲੀਮੈਂਟ ਬਹਿੰਦੀ ਹੈ ਉਹ ਆਟਵਾ 'ਚ ਬੈਠੇ ਹੋਣ। ਜੇ ਉੱਥੇ ਬੈਠੇ ਆ ਉਹ ਐਟਲੀਸਟ ਉਸ ਨੈਰੇਟਿਵ ਨੂੰ ਕਾਊਂਟਰ ਕਰ ਸਕਦੇ, ਨਹੀਂ ਤਾਂ ਨਹੀਂ ਕਾਊਂਟਰ ਹੋਣਾ। ਅਸੀਂ ਹਰੇਕ ਵਾਰ ਸਾਡਾ ਨਾਂ ਕਿਸੇ ਲਿਸਟ ਦੇ ਵਿੱਚ ਆ ਜਾਣਾ ਆ, ਸਾਡੇ ਬੰਦੇ ਨੋ ਫਲਾਈ ਜ਼ੋਨ 'ਚ ਪਾਏ ਜਾਣੇ ਆ, ਸਾਡੇ ਬੰਦੇ ਜਿਹੜੇ ਬੈਂਕ ਅਕਾਊਂਟ ਫ੍ਰੀਜ਼ ਕਰੇ ਜਾਣੇ ਆ। ਇਹ ਸਾਰਾ ਕੁਝ ਜਿਹੜਾ ਹੈ ਐਕਟਿਵਿਜ਼ਮ ਦੇ ਵਿੱਚ ਸਾਡੇ ਨਾਲ ਹੋਣਾ ਆ ਤੇ ਹੋ ਰਿਹਾ ਹੈ ਲਗਾਤਾਰ। ਭਾਜੀ ਦੇ ਨਾਲ, ਹਰਦੀਪ ਸਿੰਘ ਨਾਲ, ਇਹ ਸਾਰਾ ਕੁਝ ਤੋਂ ਇਹ ਤੋਂ ਜ਼ਿਆਦਾ ਵੀ ਵਾਪਰ ਰਿਹਾ ਹੈ। ਇਸ ਤੋਂ ਅੱਗੇ ਜਿਹੜੀ ਸਾਡੀ ਦੂਜੇ ਮੀਡੀਆ ਆਊਟਲੈਟਸ ਨਾਲ ਜਿਹੜੀ ਸਟਰੈਂਥਨਿੰਗ ਆ, ਉਹ 'ਚ ਕੰਮ ਹੋਣਾ ਚਾਹੀਦਾ। ਉਹ ਅਸੀਂ ਕਰ ਰਹੇ ਹਾਂ, ਹੋਰ ਵੀ ਬਹੁਤ ਸਾਰੇ ਕਰ ਰਹੇ ਆ। ਅਸੀਂ ਇਕੱਲੇ ਨਹੀਂ ਹੈਗੇ, ਵਿੱਚ ਸਾਰੇ ਜਾਣੇ ਕੋਸ਼ਿਸ਼ ਕਰ ਰਹੇ ਆ ਕਿ ਜਿਸ ਤਰ੍ਹਾਂ ਦੀ ਮੀਡੀਆ ਸਾਨੂੰ ਅੱਜ ਮਿਲ ਰਿਹਾ ਹੈ, ਜੇ ਗੱਲ ਬਦਲ ਗਈ ਥੋੜੀ ਜਿਹੀ, ਇਹ ਸਾਡੇ ਲਈ ਕੱਲ ਨੂੰ ਖੜਨਗੇ ਕਰਕੇ ਪਿੱਛੇ ਤਾਂ ਖੜੇ ਨਹੀਂ। ਸੋ ਕੀ ਸਾਨੂੰ ਪਤਾ ਹੈ ਕਿ ਸਾਡੇ ਰਿਲੇਸ਼ਨਸ਼ਿਪਸ ਉਹਨਾਂ ਨਾਲ ਕੀ ਹੈ, ਕਿਹੜੀ ਇਨਫੋਰਮੇਸ਼ਨ ਅਸੀਂ ਉਹਨਾਂ ਨੂੰ ਫੀਡ ਕਰਦੇ ਹਾਂ, ਕਿੱਦਾਂ ਦੀਆਂ ਸਟੋਰੀਆਂ ਅਸੀਂ ਲਿਖਾਉਣੀਆਂ। ਉਹਦੇ ਦੇ ਵੀ ਅਸੀਂ ਜੇ ਵੋਲੰਟੀਅਰ ਲੱਭੋਗੇ ਤੇ ਵੋਲੰਟੀਅਰਾਂ ਦਾ ਕੰਮ ਫਿਰ ਵੋਲੰਟੀਅਰਾਂ ਦਾ ਰਿਜ਼ਲਟ ਹੀ ਮਿਲਣਾ। ਇਹ ਗੱਲ ਅਸੀਂ ਕਦੀ ਨਾ ਭੁੱਲੀਏ ਕਿ ਵੋਲੰਟੀਅਰ ਕੰਮ ਦੇ ਵਿੱਚੋਂ ਵੋਲੰਟੀਅਰ ਰਿਜ਼ਲਟ ਹੀ ਹੋਣਾ ਹੈ। ਤੇ ਜੇ ਅਸੀਂ ਮੀਡੀਆ ਦੇ ਵਿੱਚ ਇੱਕ ਪੈਰ ਜਮਾਉਣਾ ਹੈ ਕਿ ਅਸੀਂ ਆਪਣੀ ਸਟੋਰੀ ਦੱਸਣੀ ਹੈ, ਵੀ ਹੈਵ ਟੂ ਡੂ ਮੋਰ। ਤੇ ਇੱਕ ਅਖੀਰਲੀ ਗੱਲ, ਜਿੱਥੇ ਹੋਰ ਜਿਹੜੀ ਮੂਵਮੈਂਟਸ ਹੈ ਉਹਦੇ ਵਿੱਚ ਅਸੀਂ ਅਲਾਈਨਮੈਂਟ ਲਿਆਉਣੀ ਕਿ ਸਾਡੀ ਗੱਲ ਜਿਹੜੀ ਹੈ ਹੋਰ ਮੂਵਮੈਂਟਸ ਜਿਹੜੇ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਆ, ਜਿਹੜੇ ਮੂਵਮੈਂਟ ਚੱਲ ਰਿਹਾ ਕਸ਼ਮੀਰ ਦਾ ਹੋਵੇ, ਹੋਰ ਹੋਣ, ਜਿੱਥੇ ਵੀ ਸਾਡੀ ਅਲਾਈਨਮੈਂਟ ਬਣਦੀ ਹੈ, ਪੂਰਨ ਤੌਰ ਤੇ ਨਹੀਂ ਬਣਨੀ ਕਿਸੇ ਨਾਲ, ਪਰ ਜਿੱਥੇ ਬਣਦੀ ਹੈ ਇੰਡੀਆ ਨੂੰ ਥੱਲੇ ਲਿਆਉਣ ਲਈ ਸਾਨੂੰ ਉਹ ਗੱਲ ਕਰਨ ਦੀ ਲੋੜ ਹੈ। ਅਖੀਰ ਦੇ ਵਿੱਚ ਮੈਂ ਇੱਕ ਗੱਲ ਕਰਕੇ ਫਿਰ ਆਪਣੀ ਅਖੀਰਲੀ ਗੱਲ ਕਰਨੀ ਹੈ। ਭਾਈ ਕਰਮਜੀਤ ਸਿੰਘ ਸੁਨਾਮ, ਅਸੀਂ ਛੋਟੇ ਹੁੰਦਿਆਂ ਤੋਂ ਇਹਨਾਂ ਦਾ ਨਾਂ ਸੁਣਿਆ। ਇੱਕ ਗੱਲ ਜੋ ਮੇਰੇ ਮਨ ਨੂੰ ਲੱਗੀ, ਜਿਹੜੀ ਮੈਂ ਇੱਥੇ ਸਾਂਝੀ ਕਰਨਾ ਚਾਹੁੰਦਾ ਸੀਗਾ, ਤੇ ਸਤਿਕਾਰ ਹੋਇਆ ਸਾਰੇ ਸਿੰਘਾਂ ਸਿੰਘਣੀਆਂ ਵੱਲੋਂ, ਜਦੋਂ ਇਹੋ ਜਿਹਾ ਬੰਦਾ ਘਰੋਂ ਤੁਰ ਪਿਆ, ਕਿ ਸਾਨੂੰ ਗੱਲ ਕਦੀ ਵੀ ਨਹੀਂ ਭੁੱਲਣੀ ਚਾਹੀਦੀ। ਜਦੋਂ ਭਾਜੀ ਕਰਮਜੀਤ ਨੇ ਆਪਣੇ ਘਰੋਂ ਬਾਹਰ ਪੈਰ ਪਾ ਲਿਆ ਇਹ ਕੰਮ ਕਰਨ ਲਈ, ਉਸ ਦਿਨ ਹੀ ਉਹ ਮਰ ਗਏ ਸੀ। ਉਹਨਾਂ ਦੀ ਕੋਈ ਮਨਸ਼ਾ ਨਹੀਂ ਸੀ, ਨਾ ਉਹਨੂੰ ਪਤਾ ਸੀ ਕਿ ਮੈਂ ਮੁੜ ਕੇ ਆਉਣਾ ਜਾਂ ਨਹੀਂ ਆਉਣਾ। ਇਹੋ ਜਿਹੇ ਬੰਦੇ ਜਿਹੜੇ ਆ ਕੌਮ ਦੇ ਜਿੰਦਾ ਸ਼ਹੀਦ ਆ। ਇਹੋ ਜਿਹੇ ਬੰਦੇ ਜਿਹੜੇ ਆ ਜਿਹੜੇ 11 ਦਿਨ ਉੱਥੇ ਬੈਠ ਕੇ ਉਡੀਕ ਦੇ ਵਿੱਚ ਕਿ ਮੈਂ ਪੰਥ ਦਾ ਕੰਮ ਕਰਨਾ ਹੈ। ਇਹ ਗੱਲ ਅਤ ਜ਼ਰੂਰੀ ਹੈ ਜਦੋਂ ਏਦਾਂ ਦੇ ਜੁਝਾਰੂ ਸਿੰਘ ਸਾਡੇ ਵਿੱਚ ਬੈਠੇ ਹੁੰਦੇ ਆ ਕਿ ਇਹ ਜਿੰਦਾ ਸ਼ਹੀਦ ਹੀ ਨੇ। ਜਦੋਂ ਕੋਈ ਪਤਾ ਨਹੀਂ ਕਿ ਅਗਲੇ ਦਿਨ ਕੀ ਹੋਣਾ ਹੈ, ਇਹਨਾਂ ਨੇ ਪੈਰ ਪਾਤਾ ਉਸ ਧਰਤੀ ਤੇ, ਪਤਾ ਸੀਗਾ ਜੇ ਉੱਥੇ ਗੋਲੀ ਚਲਾਤੀ ਕਿ ਉੱਥੋਂ ਮੁੜ ਕੇ ਨਹੀਂ ਆਉਣਾ। ਇਹਨਾਂ ਨੇ ਆਪਣੀ ਸੇਵਾ ਜਿਹੜੀ ਹੈ, ਜ਼ਿੰਮੇਵਾਰੀ ਹੈ, ਉਸ ਸਮੇਂ ਦੇ ਵਿੱਚ ਨਾਲੇ ਸਭ ਤੋਂ ਭਿਆਨਕ ਸਮੇਂ ਦੇ ਵਿੱਚ ਇਹਨਾਂ ਨੇ ਨਿਭਾਈ। ਤੇ ਇਹਨਾਂ ਦਾ ਅਸੀਂ ਧੰਨਵਾਦ ਵੀ ਨਹੀਂ ਕਰ ਸਕਦੇ, ਸਿਰਫ ਸੀਸ ਹੀ ਚੁਕਾ ਸਕਦੇ ਹਾਂ ਇਸ ਸੇਵਾ ਨੂੰ।
ਤੇ ਮੈਂ ਹਰਦੀਪ ਸਿੰਘ ਦੀ ਗੱਲ ਤੋਂ ਸ਼ੁਰੂ ਕੀਤਾ ਸੀ, ਉੱਥੇ ਹੀ ਮੈਂ ਗੱਲ ਆਣ ਕੇ ਖਤਮ ਕਰਦਾ। ਜੋ ਇੱਕ ਇੰਪੋਰਟੈਂਟ ਮੈਸੇਜ ਸਾਡੇ ਸਾਰਿਆਂ ਲਈ ਕਿ ਸਾਡਾ ਪਿਆਰ ਉਸ ਵੀਰ ਲਈ ਤਾਂ ਸੀ ਕਿ ਉਹਨੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਤੋਰਿਆ। ਕਿਸੇ ਦੇ ਨਾਲ ਉਹਨੇ ਫਰਕ ਨਹੀਂ ਕੀਤਾ, ਕਿਸੇ ਦੇ ਨਾਲ ਉਹਨੇ ਜ਼ਿਆਦਾ ਨਹੀਂ ਕੀਤਾ। ਉਹਨੂੰ ਇਹ ਸੀਗਾ ਕਿ ਸਾਰੇ ਅਸੀਂ ਤੁਰੀਏ, ਪੰਥ ਪਰਿਵਾਰ ਆ, ਤੇ ਉਹਦੇ ਯਾਦ ਦੇ ਵਿੱਚ ਹੀ ਉਹਦਾ ਜਿਹੜਾ ਮੈਸੇਜ ਇਹ ਆ, ਜਿਹੜੀ ਏਕਤਾ ਦਾ ਆ, ਉਹ ਮੈਂ ਤੁਹਾਨੂੰ ਦੇਖ ਕੇ ਤੇ ਮੈਂ ਕਿਵੇਂ ਦਾ ਜਾ ਸਕਿਆ। ਸਾਡੇ ਬਜ਼ੁਰਗਾਂ ਨੇ ਸਾਨੂੰ ਗੱਲ ਕਹਿਤੀ ਸੀ ਕਿ ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮੇਲ ਖੜ ਤੋਰ ਪੰਥ ਬਚਾਓ। ਜੇ ਪੰਥ ਨੂੰ ਹੁਣ ਬਚਾਉਣਾ ਆ, ਮਿਸਲ ਵੰਡ ਜਿਹੜਾ ਆ ਉਹ ਛੱਡਣਾ ਪੈਣਾ, ਰਲ ਮਿਲ ਕੇ ਗੁਰੂ ਸਾਹਿਬ ਦੇ ਸਿਧਾਂਤ ਤੇ ਖੜਨਾ ਪੈਣਾ। ਜਿਹੜਾ ਵੀ ਰਾਹ ਕੋਈ ਜੁਝਾਰੂ ਅਪਣਾਉਂਦਾ ਆ, ਭਾਵੇਂ ਉਹ ਸ਼ਸਤਰ ਹੋਣ, ਹਥਿਆਰ ਹੋਣ, ਉਹ ਕਲਮ ਹੋਵੇ, ਉਹ ਵੋਟਸ ਹੋਵੇ, ਉਹ ਇਲੈਕਸ਼ਨਸ ਹੋਵੇ, ਬੰਦਿਆਂ ਨੂੰ ਤੁਸੀਂ ਉਦੋਂ ਪਰਖਣਾ ਆ ਜਦੋਂ ਉਹ ਡੋਲਦੇ ਆ। ਜੇ ਤੁਰੇ ਆ ਖਾਲਿਸਤਾਨ ਦੇ ਮਿਸ਼ਨ ਵੱਲੋਂ, ਤੁਸੀਂ ਸਾਥ ਦੇਣਾ। ਭੁੱਲਾਂ ਚੱਕਾਂ ਦੀ ਖਿਮਾ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।